ਤਰ੍ਹਾਂ ਇੱਕ ਬੇਬੀ ਸੀਟਰ ਤੋਂ ਜੱਜ ਦਾ ਸਫ਼ਰ ਤੈਅ ਹੋਇਆ? Progressing from a babysitter to a receptionist first, then research. I never quit dreaming about that. I want to be a judge one day. ਜੱਜ ਦਾ ਗਾਊਨ ਜਦੋਂ ਪਾਉਂਦੇ ਆ ਐਟੀਟਿਊਡ ਆਇਆ? Gown ਪਾ ਕੇ responsibility ਦਾ burden ਵੀ ਹੈ but honor and privilege ਵੀ ਹੈ. ਡਿਸੀਜਨ ਦਿੰਦੇ ਹੋ ਇੱਕ ਲਈ ਤਾਂ ਬਹੁਤ ਕੌੜਾ ਹੋਏਗਾ ਬਟ ਇੱਕ ਲਈ ਸੈਟੀਸਫੈਕਟਰੀ ਵੀ ਹੋਏਗਾ. Even if you have your own child or husband or relative in front of you, be fair impartially. ਵਰਕਰ ਕੰਪਨਸੇਸ਼ਨ ਦਾ ਮੁੱਖ ਕੰਮ ਕੀ ਹੁੰਦਾ? Worker is a worker. Employer has to pay them the benefits. ਦਿਲ ਦੀ ਸੁਣਨੀ ਪੈਂਦੀ ਹੈ ਜਾਂ ਦਿਮਾਗ ਦੀ? Excellent question. Partiality ਨੂੰ ਤੇ ਤੁਸੀਂ ਦੇਖਣਾ ਹੀ ਨਹੀਂ ਨਾ. So we have to stick fact-based evidence. ਕਿਸੇ ਨੂੰ ਸਿਓ ਕਰਨਾ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਇਸ ਨੂੰ. Naturally, there are people who will take advantage of the system. My job very, very seriously because it can change people's life. ਮੇਰੇ ਇੱਥੋਂ ਜਦੋਂ ਕੋਈ ਬਾਹਰ ਜਾਏ ਉਹਨੂੰ ਲੱਗੇ ਕਿ ਮੇਰੀ ਸੁਣਵਾਈ ਹੋਈ ਹੈ. ਕਦੀ ਹੋਇਆ ਕਿ ਕੋਰਟ ਰੂਮ 'ਚ ਕਿਸੇ ਨੇ ਕਿਹਾ ਮੈਡਮ ਤੁਸੀਂ ਬਾਹਰ ਆਓ ਤੁਹਾਨੂੰ ਦੇਖਦੇ ਹਾਂ ਅਸੀਂ? ਫੈਸਲਾ ਸੱਚਾ ਹੀ ਸੁਣਾਉਣਾ ਹੈ regardless of ਸਾਡੀ ਜਾਨ ਤੇ ਬਣੀ ਹੈ. Threats can be serious. ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭੁਲੇਂਦਰ ਸਿੰਘ ਵਿਰਮਾਨੀ। ਪ੍ਰੋਗਰਾਮ ਦ ਬਿਗ ਪੁਆਇੰਟ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਪਹੁੰਚਿਆ ਹੋਇਆ ਐਟਲਾਂਟਾ। ਜੀ ਹਾਂ, ਜਾਰਜੀਆ ਸੂਬੇ ਦੀ ਰਾਜਧਾਨੀ, ਅਮਰੀਕਾ ਦਾ ਬਹੁਤ ਖੂਬਸੂਰਤ ਸ਼ਹਿਰ ਐਟਲਾਂਟਾ। ਅੱਜ ਦ ਬਿਗ ਪੁਆਇੰਟ ਬੇहद ਖਾਸ ਹੋਣ ਵਾਲਾ ਹੈ ਕਿਉਂਕਿ ਅੱਜ ਸਾਡੇ ਸਾਹਮਣੇ ਇੱਕ ਅਜਿਹੇ ਹਸਤੀ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਔਰ ਤੁਹਾਨੂੰ ਇਹ ਅਸੀਂ ਦੱਸਣਾ ਚਾਹਾਂਗੇ ਕਿ ਜੇਕਰ ਤੁਹਾਡੇ ਮਨ ਵਿੱਚ ਕੁਝ ਜੋਸ਼ ਹੋਵੇ, ਲਗਨ ਹੋਵੇ ਔਰ ਅਗਰ ਤੁਸੀਂ ਪੂਰੀ ਦੁਨੀਆ ਨੂੰ ਜਿੱਤਣਾ ਚਾਹੋ ਤਾਂ ਕੋਈ ਉਮਰ ਤੁਹਾਨੂੰ ਰੋਕ ਨਹੀਂ ਸਕਦੀ। ਜੀ ਹਾਂ, ਜਿਵੇਂ ਕਿਹਾ ਜਾਂਦਾ ਏਜ ਜਸਟ ਅ ਨੰਬਰ। ਜੀ ਹਾਂ, ਇਸ ਹਸਤੀ ਲਈ ਏਜ ਕੋਈ ਮੈਟਰ ਹੀ ਨਹੀਂ ਕਰਦੀ। ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਅਜਿਹੇ ਮੁਕਾਮ ਤੇ ਆ ਕੇ ਦੁਬਾਰਾ ਤੋਂ ਸ਼ੁਰੂ ਕੀਤਾ ਜਦੋਂ ਲੋਕ ਸੋਚਦੇ ਨੇ ਕਿ ਹੁਣ ਦੁਨੀਆ ਜਿਹੜੀ ਹੈ ਰੁਕ ਚੁੱਕੀ ਹੈ, ਮੇਰੀ ਜ਼ਿੰਦਗੀ ਇਸੇ ਤਰ੍ਹਾਂ ਅੱਗੇ ਵਧੇਗੀ। ਪਰ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਚੈਲੰਜ ਦੇ ਰੂਪ ਵਿੱਚ ਦੇਖਿਆ ਔਰ ਅਗਰ ਇਹ ਕਿਹਾ ਜਾਏ ਕਿ ਬੇਬੀ ਸਿਟਿੰਗ ਤੋਂ ਲੈ ਕੇ ਇੱਕ ਜੱਜ ਦੇ ਰੂਪ ਵਿੱਚ, ਜੀ ਹਾਂ, ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਦਿਖਾਇਆ ਹੈ ਕਿ ਇੱਕ ਔਰਤ ਵਜੋਂ ਵੀ ਬਹੁਤ ਕੁਝ ਅਚੀਵ ਕੀਤਾ ਜਾ ਸਕਦਾ ਹੈ। ਬਸ ਦਿਲ ਵਿੱਚ ਲਗਨ ਹੋਣੀ ਚਾਹੀਦੀ ਹੈ। ਜੀ ਹਾਂ, ਅੱਜ ਸਾਡੇ ਸਾਹਮਣੇ ਜੋ ਹਸਤੀ ਬੈਠੇ ਨੇ, ਜਾਰਜੀਆ ਸਟੇਟ ਆਫ ਬੋਰਡ। ਜੀ ਹਾਂ, ਇੱਕ ਜੱਜ, ਇੱਕ ਅਜਿਹੀ ਜੱਜ ਜੋ ਕਿ ਫਸਟ ਇੰਡੀਅਨ ਅਮਰੀਕਨ ਅਪੈਲੇਟ ਜੱਜ ਦੇ ਰੂਪ ਵਿੱਚ, ਵਰਕਰਸ ਕੰਪਨਸੇਸ਼ਨ ਦੇ ਰੂਪ ਵਿੱਚ ਸਾਡੇ ਸਾਹਮਣੇ ਨੇ। ਜੀ ਹਾਂ, ਆਨਰੇਬਲ ਨੀਰਾ ਬਹਿਲ ਜੀ। ਨੀਰਾ ਬਹਿਲ ਜੀ, ਬਹੁਤ ਬਹੁਤ ਸਵਾਗਤ ਔਰ ਬਹੁਤ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਅੱਜ ਤੁਹਾਡੇ ਰੂਬਰੂ ਹੋ ਕੇ। ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਐਂਡ ਆਈ ਐਮ ਆਨਰਡ ਕਿ ਤੁਸੀਂ ਮੈਨੂੰ ਇਸ ਚੀਜ਼ ਵਾਸਤੇ ਇਨਵਾਈਟ ਕੀਤਾ ਹੈ ਐਂਡ ਆਈ ਐਮ ਲੁਕਿੰਗ ਫਾਰਵਰਡ ਟੂ ਆਰ ਇੰਟਰਵਿਊ ਐਂਡ ਟਾਕਿੰਗ ਟੂ ਯੂ। ਚਲੋ, ਬਹੁਤ ਵਧੀਆ ਗੱਲ ਹੈ। ਅੱਜ ਆਪਣੇ ਦਰਸ਼ਕਾਂ ਨੂੰ ਇਹ ਵੀ ਬੜੀ ਖੂਬਸੂਰਤ ਚੀਜ਼ ਦੱਸਣਾ ਚਾਹਾਂਗਾ ਕਿ ਅੱਜ ਅਸੀਂ ਇਸ ਜਗ੍ਹਾ ਤੇ ਜੋ ਬੈਠੇ ਹਾਂ, ਇਹ ਕੋਈ ਡਰਾਇੰਗ ਰੂਮ ਨਹੀਂ ਹੈ, ਇਹ ਕੋਈ ਆਫਿਸ ਨਹੀਂ ਹੈ, ਇਹ ਹੈ ਰੀਅਲ ਕੋਰਟ ਰੂਮ ਜੋ ਤੁਸੀਂ ਬਹੁਤ ਸਾਰੇ ਸੀਰੀਜ਼ ਵਿੱਚ, ਬਹੁਤ ਸਾਰੇ ਫਿਲਮਸ ਵਿੱਚ ਦੇਖਿਆ ਹੋਏਗਾ। ਕੋਰਟ ਕੇਸ ਚੱਲਦੇ ਹੋਏ ਕੋਰਟ ਰੂਮ ਵਿੱਚ ਉਹ ਇੱਕ ਜ਼ਰੂਰ ਇੱਕ ਆਰਟੀਫਿਸ਼ੀਅਲ ਸੈੱਟ ਬਣਾਇਆ ਜਾਂਦਾ, ਪਰ ਅੱਜ ਅਸੀਂ ਇੱਕ ਰੀਅਲ ਕੋਰਟ ਰੂਮ ਵਿੱਚ ਬੈਠੇ ਹਾਂ ਔਰ ਮੈਂ ਬੜਾ ਖੁਸ਼ ਨਸੀਬ ਹਾਂ ਕਿ ਅੱਜ ਮੇਰੇ ਸਾਹਮਣੇ ਜੋ ਨੀਰਾ ਬਹਿਲ ਜੀ ਨੇ, ਅੱਜ ਇਹ ਸਵਾਲ ਮੇਰੇ ਤੋਂ ਨਹੀਂ ਕਰ ਰਹੇ, ਮੈਂ ਇਹਨਾਂ ਤੋਂ ਸਵਾਲ ਕਰ ਰਿਹਾ। ਸੋ ਜੱਜ ਸਾਹਿਬਾ, ਮੈਨੂੰ ਨਰਵਸ ਹੋਣਾ ਚਾਹੀਦਾ? ਨਹੀਂ, ਬਿਲਕੁਲ ਨਰਵਸ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਵੀ ਨਾਰਮਲ ਹਿਊਮਨ ਬੀਇੰਗ ਹੁੰਦੇ ਹਾਂ। ਇਟਸ ਓਕੇ। ਜੱਜਸ਼ਿਪ ਜ਼ਰੂਰ ਜਿੱਥੇ ਬੈਂਚ ਤੇ ਬੈਠਦੀਆਂ, of course we have to maintain a decorum and we do, but out of that we are just friends. I'm a normal human being. I used to be a lawyer, so ਬਿਲਕੁਲ ਕੋਈ ਨਰਵਸ ਦੀ ਜ਼ਰੂਰਤ ਨਹੀਂ ਤੁਹਾਨੂੰ। ਨੀਰਾ ਬਹਿਲ ਸਟ੍ਰਿਕਟ ਹੈ ਰੀਅਲ ਲਾਈਫ ਵਿੱਚ? ਮੈਨੂੰ ਪਤਾ ਕੋਰਟ ਰੂਮ ਵਿੱਚ ਤਾਂ ਤੁਹਾਨੂੰ ਸਟ੍ਰਿਕਟ ਹੋਣਾ ਪੈਂਦਾ ਹੈ। ਤਾਂ ਉਹ ਡਿਪੈਂਡ ਕਰਦਾ ਹੈ ਕਿ ਮੇਰਾ ਬੇਟੇ ਕੋਲੋਂ ਪੁੱਛੋਗੇ ਤੇ ਉਹ ਕਹੇਗਾ ਕਿ ਇਸ ਮਾਮ ਨੇ ਮੈਨੂੰ ਇਸ ਤਰੀਕੇ ਨਾਲ ਪਾਲਿਆ ਸਟ੍ਰਿਕਟਲੀ, ਬਟ ਅੱਜ ਉਹ ਜਿੱਥੇ ਪਹੁੰਚਿਆ ਫਿਰ ਉਹ ਮੈਨੂੰ ਥੈਂਕਸ ਵੀ ਕਰਦਾ ਹੈ ਕਿ ਮਾਮ ਯੂ ਰੇਜ਼ਡ ਮੀ ਸੋ ਵੈਲ। ਤੇ ਬਾਕੀ ਜੇ ਮੇਰੇ ਹਸਬੈਂਡ ਕੋਲੋਂ ਪੁੱਛੋ ਤੇ ਫਿਰ ਉਹ ਵੀ ਕਹਿਣਗੇ ਕਿ ਗੈਵਲ ਨਾਲ ਰੱਖਦੀ ਹੈ। ਬੜਾ ਜ਼ਰੂਰੀ ਹੈ ਕਿਉਂਕਿ ਦੇਖੋ, ਫਸਟ ਇੰਡੀਅਨ ਅਮਰੀਕਨ ਜੱਜ, ਅਪੈਲੇਟ ਜੱਜ ਫॉर ਵਰਕਰਸ ਕੰਪਨਸੇਸ਼ਨ, ਇਸ ਪੋਜੀਸ਼ਨ ਤੇ ਪਹੁੰਚਣਾ ਆਪਣੇ ਆਪ ਵਿੱਚ ਇੱਕ ਬੁਲੰਦੀਆਂ ਤੇ ਪਹੁੰਚਣਾ, ਇੱਕ ਆਸਮਾਨ ਤੇ ਪਹੁੰਚਣਾ ਹੈ। ਤਾਂ ਹੀ ਕਿਹਾ ਜਾਂਦਾ ਸਕਾਈ ਇਜ਼ ਅ ਲਿਮਿਟ। ਪਰ ਤੁਹਾਡਾ ਜਿਹੜਾ ਸਫ਼ਰ ਹੈ ਬੜਾ ਇੰਟਰਸਟਿੰਗ ਹੈ। ਤੁਹਾਡੀ ਜ਼ੁਬਾਨੀ ਸੁਣਨਾ ਚਾਹਾਂਗਾ ਮੈਂ ਕਿਉਂਕਿ ਤੁਹਾਨੂੰ ਹਮੇਸ਼ਾ ਕਿਹਾ ਜਾਂਦਾ ਹੈ ਬੇਬੀ ਸਿਟਿੰਗ ਤੋਂ ਜੱਜ। ਕਿਸ ਤਰ੍ਹਾਂ ਇੱਕ ਬੇਬੀ ਸਿਟਰ ਤੋਂ ਜੱਜ ਦਾ ਸਫ਼ਰ ਤੈਅ ਹੋਇਆ? ਜ਼ਰੂਰ ਤੁਹਾਡੀ ਜ਼ੁਬਾਨੀ। ਜ਼ਰੂਰ।
ਆਮ ਹੈਪੀ ਟੂ ਸ਼ੇਅਰ। ਜੋ ਤੁਸੀਂ ਗੱਲ ਪੁੱਛੀ ਹੈ ਤੇ ਸਫ਼ਰ ਵਾਕਈ ਜਿਸ ਵੇਲੇ ਜੇ ਮੈਂ ਹੁਣ ਪੂਰੀ ਸਟੋਰੀ ਤੁਹਾਨੂੰ ਦੱਸਾਂਗੀ ਮੇਰੀ ਜਰਨੀ ਜਿਸ ਵੇਲੇ ਮੈਂ ਵਿਆਹ ਕੇ ਇੱਥੇ ਆਈ ਤੇ ਉਸ ਤੋਂ ਪਹਿਲੇ ਦੀ ਬਰੀਫਲੀ ਦੱਸਾਂਗੀ ਕਿ ਜਿਸ ਵੇਲੇ ਬੰਦਾ ਆਈ ਕੰਪੇਅਰ ਇਟ ਟੂ ਏ ਮਾਊਂਟੇਨੀਅਰ ਜਿਹੜਾ ਕਿ ਹਿਮਾਲੇ ਚੜ੍ਹ ਗਿਆ ਉੱਪਰ ਫਿਰ ਉਹ ਥੱਲੇ ਦੇਖਦਾ ਕਿ ਮੈਂ ਇਹ ਸਭ ਚੜ੍ਹ ਕੇ ਆਇਆ ਰਾਈਟ ਵਨਸ ਯੂ ਆਰ ਸਟੈਂਡਿੰਗ ਔਨ ਦੈਟ ਪੀਕ and you're looking down ਕਿ ਇਹ ਜਰਨੀ ਮੈਂ ਤੈਅ ਕੀਤੀ ਹੈ ਤੇ that's how I feel almost today ਕਿ ਜਦੋਂ ਮੈਂ ਆਪਣੀ ਜਰਨੀ ਤੁਹਾਨੂੰ ਮੈਂ go back to where I was coming from and then coming to Atlanta or coming to USA in 1979 so just to give you a quick background I was born in Jalandhar Punjab ਤੇ ਉਸ ਤੋਂ ਬਾਅਦ ਅਸੀਂ ਅੰਬਾਲਾ ਮੂਵ ਹੋਏ ਮੇਰੇ ਫਾਦਰ ਦੀਆਂ ਬਿਜ਼ਨਸ ਨੇ ਮੂਵ ਕਰਾਇਆ ਫਿਰ ਅਸੀਂ ਕਰਨਾਲ ਮੂਵ ਹੋਏ ਤਾਂ ਮੈਂ ਮੋਸਟ ਆਫ ਦਾ ਜਿਹੜਾ ਮੇਰੇ ਗਰੋਇੰਗ ਅਪ ਈਅਰਸ ਵਰ ਇਨ ਕਰਨਾਲ ਹਰਿਆਣਾ ਤੇ ਪਾਪਾ ਬਿਜ਼ਨਸ ਵਿੱਚ ਸੀਗੇ ਮੰਮੀ ਮੇਰੀ ਸਕੂਲ ਪ੍ਰਿੰਸੀਪਲ ਸੀਗੇ ਅੰਬਾਲਾ 'ਚ ਤੇ ਉਹ ਵੀ ਬੜੇ ਜਸਟ ਵਾਂਟ ਟੂ ਮੈਂਸ਼ਨ ਦੈਟ ਕਿ ਮੈਂ ਜੋ ਬਣੀਆਂ ਉਹ ਮੇਰੇ ਜੋ ਪੇਰੈਂਟਸ ਨੇ ਵੈਲਿਊਜ਼ ਦਿੱਤੀਆਂ ਨੇ ਤੇ ਮਾਈ ਮਦਰਲੈਂਡ ਇੰਡੀਆ ਆਈ ਆਲਵੇਜ਼ ਸੇ ਕਿ ਆਈ ਐਮ ਪ੍ਰਾਊਡ ਟੂ ਬੀ ਐਨ ਇੰਡੀਅਨ ਐਂਡ ਐਜ਼ ਮਚ ਐਜ਼ ਆਈ ਐਮ ਪ੍ਰਾਊਡ ਟੂ ਬੀ ਐਨ ਅਮਰੀਕਨ ਟੂਡੇ ਜੀ ਤਾਂ ਉਹ ਜਿਹੜੀਆਂ ਮੈਂ ਵੈਲਿਊਜ਼ ਉਹਨਾਂ ਨੇ ਮੈਨੂੰ ਬਚਪਨ ਤੋਂ ਹੀ ਦਿੱਤੀਆਂ ਨੇ ਤੇ ਜਿਹੜੀ ਸਾਡੀ ਹਿੰਦੁਸਤਾਨ ਨੇ ਸਾਨੂੰ ਵੈਲਿਊਜ਼ ਦਿੱਤੀਆਂ ਨੇ ਉਹ ਮੈਂ ਇੱਥੇ ਲੈ ਕੇ ਆਈ ਸੀ ਤੇ 1979 ਮੇਰਾ ਵਿਆਹ ਹੋਇਆ ਐਂਡ ਫੋਰਚੂਨੇਟਲੀ ਆਈ ਵਾਜ਼ ਰੇਜ਼ਡ ਇਨ ਅ ਵੈਰੀ ਐਫਲੂਐਂਟ ਫੈਮਿਲੀ ਤੁਹਾਨੂੰ ਪਤਾ ਇੰਡੀਆ 'ਚ ਨੌਕਰ ਚਾਕਰ ਕਦੀ ਆਪੇ ਕਾਰ ਡਰਾਈਵ ਕਰਕੇ ਨਹੀਂ ਦੇਖੀ ਤੇ ਕਦੀ ਚੀਜ਼ਾਂ ਚੁੱਕ ਕੇ ਨਹੀਂ ਦੇਖੀਆਂ ਤੇ ਸਾਰੇ ਵੀ ਗਰੂ ਅਪ ਲਾਈਕ ਦੈਟ ਸੋ ਉਸ ਤਰੀਕੇ ਨਾਲ ਜਦੋਂ ਮੈਨੂੰ ਅਮਰੀਕਾ ਆਉਂਦਾ ਉਹ ਮਿਲਿਆ ਕਿਉਂਕਿ ਮੇਰੇ ਹਸਬੈਂਡ ਇੱਥੇ ਮੂਵ ਹੋ ਰਹੇ ਸੀ ਫਰੋਮ ਇੰਗਲੈਂਡ ਸੋ ਹੀ ਵਾਜ਼ ਰੇਜ਼ਡ ਇਨ ਇੰਗਲੈਂਡ ਵਿਜੇ ਐਂਡ 2 ਸਾਲ ਦੇ ਸੀਗੇ ਉਹਨਾਂ ਦੀ ਫੈਮਿਲੀ ਨੇ ਇੰਡੀਆ ਛੱਡਤਾ ਸੀ ਸੋ ਹੀ ਵਾਜ਼ ਰੇਜ਼ਡ ਇਨ ਇੰਗਲੈਂਡ ਤੇ 23 ਸਾਲ ਤੋਂ ਬਾਅਦ ਉਹ ਬਿਫੋਰ ਮੂਵਿੰਗ ਟੂ ਅਮਰੀਕਾ ਉਹਨਾਂ ਦੇ ਫਾਦਰ ਨੇ ਕਿਹਾ ਕਿ ਇੰਡੀਆ ਜਾ ਕੇ ਗੈਟ ਯੋਰਸੈਲਫ ਅ ਬ੍ਰਾਈਡ ਸੋ ਟੂ ਸਪੀਕ so anyway we met and second day third day we were engaged seventh day we were married 46 years have gone now so 79 ਵਿੱਚ ਫਿਰ ਜਦੋਂ ਵਿਆਹ ਹੋਇਆ ਤੇ we came to Orlando Florida ਜੀ ਮੇਰੇ ਹਸਬੈਂਡ ਨਾਲ ਤੇ ਤਾਂ ਤੱਕ ਮੇਰੀ ਜਿਹੜੀ ਐਜੂਕੇਸ਼ਨ ਸੀਗੀ ਇੰਡੀਆ it was BSc in chemistry biology then I did bachelor's of education B.Ed teaching and then I did masters in English ਕਿਉਂਕਿ ਤੁਸੀਂ ਸੋਚੋਗੇ ਕਿ ਭਈ ਸਾਇੰਸ ਬੈਕਗ੍ਰਾਉਂਡ ਐਂਡ ਦੈਨ ਵੈਲ ਬਿਕਾਜ਼ ਆਈ ਵਾਂਟਡ ਟੂ ਬੀ ਸਵਾਲ ਇਹੀ ਸੀਗਾ ਕਿ ਕਿੱਥੇ ਸਾਇੰਸ ਬੈਕਗ੍ਰਾਉਂਡ ਔਰ ਕਿੱਥੇ ਤੁਸੀਂ ਲਾਇਰ ਬਣ ਗਏ ਹੋ ਔਰ ਜੱਜ ਦੇ ਤੌਰ ਤੇ ਅੱਜ ਤੁਸੀਂ ਸੇਵਾ ਦੇ ਰਹੇ ਹੋ ਇਹ ਇੱਕਦਮ ਚੇਂਜ ਕਿਵੇਂ ਹੋਇਆ ਇਹ ਚੇਂਜ ਇਸ ਤਰ੍ਹਾਂ ਹੋਈ ਕਿ ਲਾਈਫ ਸਰਕਮਸਟੈਂਸਸ ਬੜਾ ਅੱਛਾ ਸਵਾਲ ਤੁਸੀਂ ਕੀਤਾ ਹੈ ਕਿਉਂਕਿ ਦੈਟ ਇਜ਼ ਸੋ ਕਲੋਜ਼ ਟੂ ਮਾਈ ਹਾਰਟ ਦਿਸ ਇਜ਼ ਦੀ ਐਸੈਂਸ ਆਫ ਮਾਈ ਜਰਨੀ ਕਿ ਚੇਂਜ ਕਿਵੇਂ ਹੋਈ ਤਾਂ ਮੈਂ ਜਦੋਂ ਡਾਕਟਰੀ ਜਾਣਾ ਸੀਗਾ ਉਸ ਵੇਲੇ ਰੋਹਤਕ ਯੂਨੀਵਰਸਿਟੀ ਐਡਮਿਸ਼ਨ ਨਹੀਂ ਮਿਲੀ ਇਵਨ ਦੋ ਆਈ ਟਾਪ ਦ ਯੂਨੀਵਰਸਿਟੀ ਮੇਰੀ ਪ੍ਰੀ ਮੈਡ ਵਿੱਚ ਬਟ ਆਈ ਕੁਡਨਟ ਗੈਟ ਇਨ ਦੈਨ ਮੇਰੇ ਫਾਦਰ ਨੇ ਕਿਹਾ ਤੁਹਾਨੂੰ ਪਤਾ ਉਸ ਵੇਲੇ ਆਈ ਐਮ ਟਾਕਿੰਗ 78 ਬਈ ਕੁੜੀਆਂ ਜੀ 21 ਸਾਲ ਦੀ ਹੋ ਗਈ ਤੇ ਵਿਆਹ ਕਰਾਓ ਸੋ ਆਈ ਕੁਡਨਟ ਸੇ ਐਨੀਥਿੰਗ ਕਿ ਵੀ ਠੀਕ ਹੈ ਹੁਣ ਵਿਆਹ ਕਰਾਉਣਾ ਹੈ ਤੇ ਕਰਾਉਣਾ ਹੈ ਪਰ ਮੇਰੀ ਇੱਛਾ ਫॉर ਹਾਇਰ ਐਜੂਕੇਸ਼ਨ ਮਨ 'ਚ ਰਹੀ ਕਿ one day I wanted to be this ਕਿ ਮੇਰੀ ਕਿਉਂ ਉਸ ਵੇਲੇ ਉਹ ਸੀਗਾ ਕਿ ਪੇਰੈਂਟਸ ਦੇ ਅੱਗੇ ਤੁਸੀਂ ਕੁਝ ਬੋਲ ਨਹੀਂ ਸਕਦੇ ਰਿਸਪੈਕਟਫੁਲੀ ਕਿਸ ਫੀਲਡ ਵਿੱਚ ਜਾਣੀ ਹੈ ਇਹ ਨਹੀਂ ਸੋਚਿਆ ਸੀ ਕਿਉਂਕਿ ਡਾਕਟਰੀ ਦਾ ਮਨ ਸੀ ਕਿ ਡਾਕਟਰ ਬਣਨਾ ਬਟ that didn't happen ਪਰ ਹਾਇਰ ਐਜੂਕੇਸ਼ਨ ਦਿਮਾਗ 'ਚ ਰਹੀ ਕਿ ਕਦੀ ਤੇ ਮੈਂ ਪੜ੍ਹਨਾ ਹੋਰ ਪੜ੍ਹਨਾ ਜੀ ਸੋ ਖੈਰ ਐਨੀਵੇ ਦੈਨ ਲਾਈਫ ਹੈਪਨ ਆਈ ਸਭ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੇਰੈਂਟਸ ਨੂੰ ਸਬਮਿਟਡ ਕਿ ਉਹ ਵਿਆਹ ਕਰਨੇ ਤੇ ਕਰ ਲਿੱਤਾ ਵਿਜੇ ਮਿਲ ਗਏ ਐਂਡ ਯੂ ਨੋ ਅਗੇਨ ਵਿਦਿਨ 7 days the wedding I must have liked something about it so ਫਿਰ ਅਸੀਂ ਇੱਥੇ ਆ ਗਏ ਔਰਲੈਂਡੋ ਤੇ ਸਾਡੇ ਫਾਦਰ ਇਨ ਲਾਅ ਨੇ ਕਿਹਾ ਕਿ ਚਲੋ ਉੱਥੇ ਬਿਜ਼ਨਸ ਖੋਲ੍ਹਣ ਬਿਕੋਜ਼ ਵਿਜੇ ਵਾਜ਼ ਐਨ IRS ਆਫਿਸਰ ਨਵੀਂ ਜੌਬ ਸੀ ਇੰਗਲੈਂਡ ਉਹ ਛੁਡਵਾ ਕੇ ਇਹਨਾਂ ਨੇ ਕਿਹਾ ਫੈਮਿਲੀ ਬਿਜ਼ਨਸ ਜੁਆਇਨ ਕਰੋ ਇਨ ਔਰਲੈਂਡੋ Mr. Vijay is your husband is my husband Vijay is my husband and so ਅਸੀਂ ਫਿਰ ਆ ਗਏ ਔਰਲੈਂਡੋ through England because ਮੈਂ ਉਹਨਾਂ ਦੇ ਘਰ ਵੀ ਦੇਖ ਕੇ ਆਈ ਜਿੱਥੇ ਉਹ ਪਲੇ ਸੀ ਤੇ we landed in Orlando in 79 ਤੇ ਹੋਟਲ ਸੀਗਾ ਐਡਮਿਰਲ ਬੈਨਬੋ near Disney World ਜੀ so you imagine a 21-year-old coming from India for the first time to US with that dream about America's like the life that I wanted. Definitely. Big houses and big cars. Well, it wasn't all that but it was pretty good that we were staying at the hotel in a room and we had a little kitchenette and life started. ਫਿਰ ਡਿਜ਼ਨੀਲੈਂਡ ਜਦੋਂ ਮੈਂ ਗਈ ਤੇ ਮੈਨੂੰ ਲੱਗੇ ਤੇ ਦਿਸ ਇਜ਼ ਲਾਈਕ ਅ ਕਿਡ ਇਨ ਅ ਟੋਏ ਸਟੋਰ ਕਿ ਵਾਓ ਕਿਤੇ ਤੇ ਮੈਂ ਮੰਮੀ ਨੂੰ ਪਾਪਾ ਨੂੰ ਆਪਣੇ ਲੈਟਰਸ ਲਿਖਦੀ ਹੁੰਦੀ ਸੀ ਦੋਜ਼ ਵਰ ਦ ਡੇਜ਼ ਆਫ ਰਾਈਟਿੰਗ ਲੈਟਰਸ ਆਈ ਮਿਸ them sometimes ਕਿ ਅਸੀਂ ਚਿੱਠੀਆਂ ਨਹੀਂ ਖੋਲ ਸਕਦੇ ਬਟ writing them all about America, about my life here and everything was going well suddenly life took another turn ਤੇ ਹੋਟਲ ਵਿਕ ਗਿਆ ਤੇ somehow there were some usual family feuds and things and
you know, we were just given a few thousand, I would say $5,000 in our hands and say, you go do whatever you want. ਹੁਣ ਉਹਦੇ 'ਚ ਅਸੀਂ ਦੋਨੋਂ ਜਣੇ ਖੜੇ ਉੱਥੇ ਵੈਰੀ ਡਿਪਰੈਸਡ ਐਂਡ ਡਾਊਨ ਕਿ ਬਈ ਇਹਦੇ ਨਾਲ ਹੁਣ ਅਸੀਂ ਕਿੱਥੇ ਲਾਈਫ ਸ਼ੁਰੂ ਕਰੀਏ, ਬਿਕੋਜ਼ ਆਈ ਹੈਡ ਨੈਵਰ ਵਰਕਡ ਇਨ ਮਾਈ ਲਾਈਫ। ਹਾਂਜੀ। ਸੋ ਮੇਰੇ ਕਜ਼ਨ ਕੈਨੇਡਾ ਰਹਿੰਦਾ ਸੀ ਤੇ ਮੈਂ ਉਹਨਾਂ ਨਾਲ ਹੀ ਗੱਲ ਕੀਤੀ, ਬਿਕੋਜ਼ ਵੀ ਹੈਡ ਨੋਬਡੀ, ਯੂ ਨੋ, ਬ੍ਰਦਰਸ ਦੀ ਆਪਸ ਵਿੱਚ ਥੋੜੇ ਥਿੰਗਸ ਜਸਟ ਡਿਡਨਟ ਗੋ ਵੈਲ, ਐਂਡ ਸੋ ਆਈ ਕਾਲਡ ਮਾਈ ਬ੍ਰਦਰ ਇਨ ਕਜ਼ਨ ਇਨ ਕੈਨੇਡਾ। ਉਹਨੇ ਕਿਹਾ ਇੱਥੇ ਆ ਜਾਓ, because it'll be much easier. Well, we flew to Canada, and those were the days immigration was nothing like today. Gee. So I got my landed immigrant status there. My husband had dual citizenship of British and England and Canada, sorry. Gee. So it was easy. So I got in. ਹੁਣ job ਲੱਭਣੀ ਸ਼ੁਰੂ ਕੀਤੀ ਤੇ ਸਾਰੇ ਪੁੱਛਣ ਕਿ do you have any experience? Have you worked anywhere before? Well, I had not. ਇੰਡੀਆ 'ਚ ਕਦੀ ਕੰਮ ਹੀ ਨਹੀਂ ਸੀ ਕੀਤਾ। ਬਿਲਕੁਲ ਬਿਲਕੁਲ। ਤੇ ਇੱਥੇ ਉਹ ਪੁੱਛਣ ਤੁਹਾਨੂੰ ਉਹ ਲਾਡਾਂ 'ਚ ਪੜੀ ਸੀ, ਲਾਡਾਂ 'ਚ ਪਲੀ ਕੁੜੀ ਤੇ ਇੱਥੇ ਆ ਕੇ ਸਭ ਕੁਝ ਕਰਨਾ ਪਿਆ। ਤੇ ਇੱਕ ਚੀਜ਼ ਮੈਂ ਕਵਾਂਗੀ ਕਿ ਮੈਨੂੰ ਜੋ ਇੰਡੀਆ 'ਚ ਇੱਕ ਤੇ ਪੇਰੈਂਟਸ ਨੇ ਵੀ ਜਿਹੜੀ ਆਪਣਾ ਪ੍ਰਾਈਡ ਹੁੰਦਾ ਨਾ ਕਿ ਈਜ਼ੀ ਚੀਜ਼ ਮੇਰੇ ਵਾਸਤੇ ਇਹ ਸੀਗੀ ਕਿ ਪਾਪਾ ਨੂੰ ਫੋਨ ਕਰੋ, ਬੜੀ ਪਾਪਾ ਦੀ ਲਾਡਲੀ, ਉਹਨਾਂ ਨੂੰ ਫੋਨ ਕਰੋ ਤੇ ਪੈਸੇ ਆ ਜਾਣੇ ਸੀ। ਬਟ ਆਈ ਨੈਵਰ ਈਵਨ ਲੈਟ them know what we were going through at what time, ਕਿ ਗਰੋਸਰੀ ਕਿੱਧਰੋਂ ਆਣੀ ਹੈ ਇਹ ਨਹੀਂ ਪਤਾ ਸੀ। ਤੇ ਅਸੀਂ ਜਿਸ ਵੇਲੇ ਕੈਨੇਡਾ ਵਾਲਿਆਂ ਨੇ ਪੁੱਛਣਾ ਸ਼ੁਰੂ ਕੀਤਾ ਸਾਰੀ ਨੌਕਰੀ ਤੁਹਾਨੂੰ ਮੈਂ ਕਿੱਥੇ ਨੌਕਰੀ ਕਰਦੀ, ਜਦ ਕੋਈ ਟਾਈਪਿੰਗ ਵੀ ਨਹੀਂ ਆਉਂਦੀ, ਸਭ ਜੋ ਪੁੱਛਦੇ ਸੀ ਕੋਈ ਪ੍ਰਾਇਰ ਐਕਸਪੀਰੀਅੰਸ ਹੀ ਨਹੀਂ ਹੈ। ਐਂਡ ਆਈ ਯੂਜ਼ਡ ਟੂ ਟੈਲ them, if you don't give me experience, how am I gonna have it? That was an argument. But again, employers were what they wanted. So ਮੈਂ ਬੜੀ ਥੋੜੀ ਸੀ ਡਿਪਰੈਸਡ ਵੀ ਸੀਗੀ ਕਿ ਕਿਸ ਤਰੀਕੇ ਨਾਲ ਲਾਈਫ ਚੱਲੀ ਜਾਏ। ਪਰ ਵਿਜੇ ਨੂੰ, ਮੇਰੇ ਹਸਬੈਂਡ ਨੂੰ, ਬਿਕੋਜ਼ ਆਫ ਦ ਹੋਟਲ, ਉਹਨਾਂ ਨੂੰ ਨਾ ਫਰੰਟ ਡੈਸਕ ਕਲਰਕ ਦੀ ਜੌਬ ਮਿਲ ਗਈ। ਵੈਰੀ ਲਿਟਲ ਪੇ ਵਾਜ਼, ਯੂ ਨੋ, ਨਾਟ ਵੈਰੀ ਮਚ, ਬਟ ਤਾਂ ਅਸੀਂ ਜਿਹੜੇ ਥੋੜੇ ਜਿਹੇ ਪੈਸੇ ਮਿਲੇ ਸੀ ਅਸੀਂ ਉਹ ਤੋਂ ਕੋਂਡੋ ਖਰੀਦ ਲਿੱਤਾ। ਹੁਣ ਮੌਰਗੇਜ ਦੇਣੀ ਹੈ, ਗਰੋਸਰੀ ਲੈਣੀ ਹੈ, ਕਾਰ ਹੈ ਨਹੀਂ। ਤੇ ਉੱਥੇ ਕੈਨੇਡਾ ਦੀ ਠੰਡ ਤੇ ਤੁਸੀਂ ਸੁਣੀ ਹੋਈ ਹੈ, ਟੋਰਾਂਟੋ ਸੀ। ਡੈਫੀਨਿਟਲੀ। ਸੋ ਉਹ ਵਿਚਾਰੇ ਹਸਬੈਂਡ ਜਾਂਦੇ ਸੀਗੇ ਵਿਜੇ ਆਪਣੇ ਬੱਸ ਵਿੱਚ ਤੇ ਟਰੈਵਲ ਕਰਨਾ ਇਨ ਦੈਟ, ਜਿਸ ਤਰ੍ਹਾਂ ਟੈਂਪਰੇਚਰਸ ਤੁਹਾਨੂੰ ਪਤਾ ਕੈਨੇਡਾ ਦੇ, ਇੰਨੀ ਸਨੋ ਹੋਣੀ ਤੇ ਕਿੱਥੇ ਕਿੱਥੇ ਇੰਨੀ ਲੰਬੀਆਂ ਬੱਸਾਂ ਦੀ ਵੇਟ ਕਰਕੇ ਤੇ ਉਹ ਜਾਂਦੇ ਸੀ। ਹਾਂਜੀ। ਤੇ ਮੈਨੂੰ ਨਾ ਨੌਕਰੀ ਮਿਲੀ ਤੇ ਮੈਨੂੰ ਇੱਕ ਨੇੜੇ ਫਰੈਂਡ ਰਹਿੰਦੀ ਸੀ, ਸ਼ੀ ਸੈਡ would you babysit my kids, a 6-month-old daughter and a 3-year-old son. ਜੀ। ਤੇ ਮੈਂ ਉਹਦੇ ਬੱਚੇ ਬੇਬੀਸਿਟ ਕਰਨੇ ਸ਼ੁਰੂ ਕਰਤੇ ਕਿ ਐਟਲੀਸਟ ਪੈਸੇ ਮਿਲਣਗੇ। ਹਾਂਜੀ। ਤਾਂ ਗਰੋਸਰੀ ਆਏਗੀ, ਅਸੀਂ ਕੁਛ ਚੱਲਾਂਗੇ, ਕੰਮ ਕਰਾਂਗੇ। ਫਿਰ ਮੈਂ ਸੋਚਿਆ ਇਸ ਤਰ੍ਹਾਂ ਹੀ ਲਾਈਫ ਚੱਲੇਗੀ। ਮੈਂ ਬੜਾ ਸੋਚਦੀ ਸੀ ਆਪਣੇ ਆਪ ਨੂੰ ਕਿ ਪੜ੍ਹੇ ਲਿਖੇ ਹੋ ਕੇ ਤੇ ਜੇ ਮੇਰੇ ਪੇਰੈਂਟਸ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਪਾਲਿਆ ਲਾਡਾਂ ਨਾਲ, ਤੇ ਉਹਨਾਂ ਨੂੰ ਅੱਜ ਇਹ ਪਤਾ ਲੱਗੇ ਕਿ ਵੀ ਉਹ ਸਾਡੀ ਕੁੜੀ ਉੱਥੇ ਜਾ ਕੇ ਅਸੀਂ ਅਮਰੀਕਾ ਭੇਜੀ ਸੀ ਤੇ ਇਹ ਬੇਬੀ ਸਿਟਿੰਗ ਕਰਦੀ ਹੈ। ਤੇ ਪਰ ਫਿਰ ਵੀ ਮਨ 'ਚ ਐਸੀ ਕਿ ਮੈਂ ਕਮਾ ਤੇ ਆਪੇ ਰਹੀ ਹਾਂ ਨਾ, ਅਸੀਂ ਕਿਤੇ ਅੱਗੇ ਹੱਥ ਤੇ ਨਹੀਂ ਅੱਡ ਰਹੇ। ਬਿਲਕੁਲ। ਤੇ ਇਸ ਕਰਕੇ ਆਈ ਵਾਜ਼ ਵੈਰੀ ਪ੍ਰਾਊਡ ਆਫ ਦੈਟ ਫੈਕਟ that we were earning ourselves. ਫਿਰ ਮੈਂ ਕੀ ਕੀਤਾ, ਈਵਨਿੰਗ 'ਚ ਜਦੋਂ ਮੈਂ ਖਾਲੀ ਹੁੰਦੀ ਸੀ ਬੱਚਿਆਂ ਨੂੰ ਭੇਜ ਕੇ, ਤੇ ਮੈਂ ਟਾਈਪ ਰਾਈਟਰ ਰੈਂਟ ਕਰ ਲਿੱਤਾ ਕਿਉਂਕਿ ਸਾਰੇ ਪੁੱਛਦੇ ਸੀ do you know typing? So I thought, okay, typing must be something that will allow me to. So 8 ਮਹੀਨੇ ਬੇਬੀ ਸਿਟਿੰਗ ਵੀ ਕੀਤੀ, ਨਾਲ ਈਵਨਿੰਗ ਟਾਈਪਿੰਗ ਵੀ ਸਿੱਖੀ ਤੇ ਮੈਂ ਟਾਈਪਿੰਗ ਵਿੱਚ ਬੜੀ ਤੇਜ਼ ਹੋ ਗਈ, ਅੱਛਾ ਹੋ ਗਈ, ਮੇਰੀ ਸਪੀਡ ਬੜੀ ਹੋ ਗਈ। Then I started looking for jobs again. ਉਸ ਵੇਲੇ ਮੈਨੂੰ first job offer when I told them that I know 65 words per minute and all, so I got a job as a receptionist at a Toyota dealership in Toronto. ਜੀ ਜੀ। So I was very excited. ਬੇਬੀ ਸਿਟਿੰਗ ਤੋਂ ਇੱਕ ਸਟੈਪ ਉੱਪਰ ਆਏ। ਇੱਕ ਸਟੈਪ ਉੱਪਰ ਆਏ ਕਿ ਰਿਸੈਪਸ਼ਨਿਸਟ ਹੋ ਗਏ ਜੀ। So I enjoyed my job ਅੱਛੀ ਤਰ੍ਹਾਂ। ਔਰ ਮੇਰਾ ਸੀਗਾ ਕਿ again hard work was instilled in us. I think most Indians, I would say, we bring that ਕਿ ਸਾਨੂੰ ਸਿਖਾਇਆ ਜਾਂਦਾ ਹੈ ਕਿ ਬਈ ਆਪਣੇ ਹੱਥ ਨਾਲ ਕੰਮ ਕਰਨ 'ਚ ਕੋਈ ਛੋਟਾਪਨ ਨਹੀਂ ਹੈ, ਕੁਛ ਨਹੀਂ ਹੈ। ਜੋ ਕੁਛ ਵੀ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਵੱਡਾ ਨਹੀਂ ਹੁੰਦਾ, ਜੇਕਰ ਤੁਹਾਡੇ ਮਨ ਮਾਫਿਕ ਹੋਵੇ। ਤੋ ਇਸ ਕਰਕੇ ਔਰ ਅਸੀਂ ਜਿਵੇਂ ਕਹਿੰਦੇ ਇੱਜ਼ਤ ਦੀ ਰੋਟੀ ਕਮਾਣੀ, ਤਾਂ that was it. ਬੇਬੀ ਸਿਟਿੰਗ ਵੀ ਕੀਤੀ, ਉਧਰੋਂ ਕਲਰਕਸ਼ਿਪ ਕਰ ਰਹੇ, ਜੋ ਕੁਛ ਵੀ ਅਸੀਂ ਆਪੇ ਕਮਾ ਕੇ ਕਿਸੇ ਦੇ ਅੱਗੇ ਹੱਥ ਨਹੀਂ ਅੱਗਿਆ। ਜੀ। So then I got this job, and then after about a year I got pregnant and our son was born in Canada. Sumit was born in Canada. ਉਸ ਤੋਂ ਬਾਅਦ my brother-in-law, Vijay, one of Vijay's brothers, got a hotel in Birmingham, Alabama. ਤੇ ਸਾਨੂੰ ਕਹਿੰਦੇ ਨੇ ਤੁਸੀਂ ਵਾਪਸ ਆ ਜਾਓ ਅਮਰੀਕਾ। So well, we thought of it ਕਿ ਹੁਣ ਦੁਬਾਰਾ ਸ਼ੁਰੂ ਕਰਨੀ ਲਾਈਫ, ਪਰ ਚਲੋ ਫੈਮਿਲੀ ਫਿਰ ਉੱਥੇ ਵੀ ਹੋਏਗੀ। So we started thinking about coming back. So in 1984, 83 ਚ ਮੇਰਾ ਬੇਟਾ was born, 84 ਵਿੱਚ ਅਸੀਂ ਬਰਮਿੰਘਮ, ਐਲਬਾਮਾ ਮੂਵ ਹੋ ਗਏ।
जी। तो वी जॉइंड दैट लिटिल बिजनेस ਤੇ ਵਿਜੇ ਨੇ ਫਿਰ ਆਪਣਾ ਆਫਿਸ ਸਪਲਾਈਜ਼ ਦਾ ਬਿਜ਼ਨਸ ਖੋਲ ਲਿੱਤਾ ਉੱਥੇ ਜਾ ਕੇ ਤੇ ਬੜੀ ਫਰੈਂਡਸ਼ਿਪਸ ਅੱਛੀਆਂ ਹੋ ਗਈਆਂ ਉੱਥੇ ਫੈਮਿਲੀ ਤੇ ਇੱਕ ਮੇਰੇ ਫਰੈਂਡ ਹੈਗੇ ਆ ਤੇ ਡਾਕਟਰ ਵਾਲੀਆ ਹੀ ਵਾਸ PhD he is PhD and he was a researcher in alcoholism research and at UAB very prestigious job and research ਮੈਨੂੰ ਪੁੱਛਦੇ ਨੇ ਕਿ ਮੈਂ ਜੌਬ ਲੱਭ ਰਹੀ ਸੀ ਕਿ ਤੂੰ ਕੀਤਾ ਕੀ ਹੈ ਇੰਡੀਆ ਤੋਂ ਮੈਂ ਕਿਹਾ ਮੈਂ BSc ਕੈਮਿਸਟਰੀ ਬਾਇਓਲੋਜੀ ਤੇ B.Ed ਕੀਤੀ ਹੈ ਤੇ MA ਇੰਗਲਿਸ਼ ਕੀਤੀ ਹੈ ਤੇ ਕਹਿੰਦੇ ਫਿਰ ਤੂੰ ਜੌਬਸ ਕਿਉਂ ਲੱਭ ਰਹੀ ਹੈ ਕੈਸ਼ੀਅਰ ਤੇ ਰਿਸੈਪਸ਼ਨਿਸਟ ਤੂੰ ਰਿਸਰਚ ਕਰ I had zero idea what research is all about. So I told him, okay, I would love to learn. And I am क्योंकि passion है कुछ करना है ते कुछ ਅੱਗੇ ਵਧਣਾ ਹੈ ਤੇ ਕੁਝ ਸਿੱਖਣਾ ਹੀ ਪੈਣਾ ਹੈ ਤੇ ਮੈਨੂੰ ਕਹਿੰਦੇ ਨੇ ਤੁਸੀਂ ਆਪਣੀ ਮੇਰੀ ਲੈਬ ਵਿੱਚ ਆ ਜਾਓ ਤੇ ਮੇਰੀ ਜਿਹੜੀ ਰਿਸਰਚ ਸਪੈਸ਼ਲਿਸਟ ਹੈ ਤੈਨੂੰ ਸਿਖਾ ਦੇਗੀ ਕੰਮ so I went there for a day. I learned everything, very fascinating because it was as part of my education background in science. So I really enjoyed that day. The next day there was a job opening and ਮੈਨੂੰ ਅਮਰੀਕ ਕਹਿੰਦੇ ਨੇ ਕਿ application ਭਰ ਦੇ so I said okay you think I'm ready he said yes and I also felt that confidence ਕਿ I think I can do it so ਅਸੀਂ job application ਭਰੀ ਤੇ ਮੈਨੂੰ interview ਆ ਗਈ so then it was pulmonary department at University of Alabama Birmingham. ਸੋ ਤੁਹਾਡੇ ਮੈਂਟੋਰ ਕੌਣ ਸੀ ਜਿਸ ਨੇ ਤੁਹਾਨੂੰ ਕਿਹਾ ਕਿ ਨਹੀਂ ਹੁਣ ਤੁਸੀਂ ਲਾਅ ਵਿੱਚ ਕੁਝ ਆਪਣੇ ਹੱਥ ਅਜ਼ਮਾਓ ਸੀ ਲਾਅ ਵਾਸਤੇ ਮੈਨੂੰ ਅਜੇ ਤੱਕ ਇਸ ਵੇਲੇ ਜਦੋਂ ਮੇਰੀ ਇਹ ਜੌਬ ਰਿਸਰਚ ਦੀ ਲੱਗੀ ਉਸ ਵੇਲੇ ਤੱਕ ਲਾਅ ਮੇਰੇ ਮਨ 'ਚ ਸੀਗਾ ਹੀ ਨਹੀਂ ਕਿਉਂਕਿ ਆਈ ਵਾਜ਼ ਨਾਓ ਪ੍ਰੋਗਰੈਸਿੰਗ ਫਰਮ ਅ ਬੇਬੀ ਸਿਟਰ ਟੂ ਅ ਰਿਸਰਚਰ ਜੀ ਔਰ to a receptionist first then research तो ਅਜੇ ਤੱਕ ਮੈਂ ਉੱਥੋਂ ਤੱਕ ਪਹੁੰਚੀ ਨਹੀਂ ਸੀ ਕਿ ਮੈਂ ਅੱਗੇ ਹੋਰ ਕੀ ਕਰ ਸਕਦੀ ਹਾਂ because it was baby steps being like okay ਇੱਥੋਂ progress ਹੋਈ ਹੈ तो I was very confident gaining my confidence more and more I can do this देखो first generation Indian जी all I brought was what education Indian values and an accent which I guess we will never get rid of that accent but even though I've been here 46 years so ਉਸ ਵੇਲੇ ਜਿਹੜੀ job ਮੈਨੂੰ interview ਆਈ ਉਹਨਾਂ ਨੇ ਮੈਨੂੰ ਪੁੱਛਿਆ ਕਿ do you have any experience in research I said yes that I work with Dr. Walia's lab how long did you work I said a day 6 to 8 hours he said what did you say 6 to 8 hours I said yes sir yes Dr. Jackson Robert Jackson I still remember so then he laughed and he said I love your honesty so I said sir I couldn't lie even though I mean Dr. Walia could have given the reference that she worked with me 6 months we are so close friends even today but I just always spoke the truth because my dad said even if it hurts just always say the truth ਬਿਲਕੁਲ ਸੋ ਮੈਂ ਉਹ ਚੀਜ਼ ਨੂੰ ਮੇਰੇ 'ਚ ਭਰੀ ਹੋਈ ਸੀ ਤੇ ਮੈਂ ਫਿਰ ਦੱਸ ਦਿੱਤਾ ਕਿ 6-8 ਘੰਟੇ ਕੰਮ ਕੀਤਾ ਵੈਲ ਆਈ ਟੋਲਡ ਹਿਮ ਇਫ ਯੂ ਟਰਸਟ ਮੀ ਆਈ ਐਮ ਅ ਫਾਸਟ ਲਰਨਰ ਹੀ ਟਰਸਟਡ ਮੀ and he offered me the job so that's how my journey to research started in my own field of study science background so we were there from 85 to 89 and ਉਸ ਵੇਲੇ ਮੇਰੇ ਹਸਬੰਡ ਨੂੰ ਲੱਗਿਆ ਕਿ ਬਈ ਬਰਮਿੰਘਮ ਵਿੱਚ ਉਹ ਚੀਜ਼ ਇਹਨਾਂ ਨੂੰ ਬਰਮਿੰਘਮ ਇੰਗਲੈਂਡ ਦੇ ਪਲੇ ਸੀਗੇ ਤੇ ਬਰਮਿੰਘਮ ਐਲਬਾਮਾ ਐਂਡ ਹੋਏ ਸੋ ਹੀ ਵਾਸ ਜਸਟ ਗੈਟਿੰਗ ਐਨਸੀ ਟੂ ਗੈਟ ਆਊਟ ਆਫ ਬਰਮਿੰਘਮ ਕਿ ਮੈਂ ਕਿਧਰੇ ਹੋਰ ਜਾਣਾ ਸੋ ਐਟਲਾਂਟਾ ਦਾ ਆਫਰ ਆਈ ਇਹਨਾਂ ਨੂੰ ਇੱਥੋਂ ਹਿਲਟਨ ਹੋਟਲ ਦੀ ਐਜ਼ ਅਸਿਸਟੈਂਟ ਮੈਨੇਜਰ ਹੀ ਐਕਸੈਪਟਡ ਦੈਟ ਜੌਬ and I then transferred from UAB pulmonary department to Emory University dermatology department in 1989 and hence we moved to Atlanta well life was good everything was progressing well and in 1990 life doesn't go in straight line always definitely ਬਿਲਕੁਲ ਕੁਛ ਨਾ ਕੁਛ ਲਾਈਫ ਦੀਆਂ ਅਪਸ ਐਂਡ ਡਾਊਨਸ ਤਾਂ ਆਣੀ ਹੈ ਕਹਿੰਦੇ ਕਿ ਲਾਈਫ ਹਮੇਸ਼ਾ ਵੇਵਸ ਦੀ ਤਰ੍ਹਾਂ ਚੱਲਦੀ ਹੈ ਲਹਿਰਾਂ ਦੀ ਤਰ੍ਹਾਂ ਚੱਲਦੀ ਹੈ ਕਦੀ ਬਿਲਕੁਲ ਸ਼ਾਂਤ ਹੈ ਤਾਂ ਕਦੀ ਬਿਲਕੁਲ ਉਠਾ ਪਟਕ ਹੈ ਐਗਜ਼ੈਕਟਲੀ ਠੀਕ ਹੈ ਨਾ how we handle those waves ਹਾਂਜੀ it tells us about our resilience and upbringing and everything so I think ਮੈਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦਾ ਸੀਗਾ ਕਿ ਬਈ ਵਿਜ਼ਨ ਹੋਣੀ ਚਾਹੀਦੀ ਹੈ ਇਨਸਾਨ ਦੀ ਕਿ ਬਈ ਤੁਸੀਂ ਸੁਣਿਆ ਨਾ ਅਸੀਂ GPS 'ਚ ਪਾਉਂਦੇ ਹਾਂ ਕਿ ਕਿੱਥੇ ਜਾਣਾ ਹੈ address I always have said to my son as well and to the younger generation I will say have a vision ਕਿ ਜਦ ਤੁਹਾਡੇ ਕੋਲ ਉਹ ਐਡਰੈਸ ਹੀ ਨਹੀਂ ਹੈ ਤੁਸੀਂ ਕਿੱਥੇ ਜਾਣਾ ਹੈ ਤੇ ਤੁਹਾਨੂੰ GPS ਕਿੱਥੇ ਲੈ ਜਾਏਗਾ ਬਿਲਕੁਲ right you can't say I don't know ਇੱਕ ਟਾਰਗੇਟ ਹੋਣਾ ਜ਼ਿੰਦਗੀ ਦਾ ਬਹੁਤ ਜ਼ਰੂਰੀ ਹੈ that's it so ਮੇਰੀ ਵਿਜ਼ਨ ਇਸ ਤਰ੍ਹਾਂ ਦੀ ਸੀਗੀ ਕਿ ਮੈਂ ਕੁਛ ਨਾ ਕੁਛ ਕਰਕੇ ਦਿਖਾਣਾ ਹੈ but it was progressing fine so far ਫਿਰ ਇੱਥੇ ਆਏ ਜਿਸ ਵੇਲੇ 1990 ਚ ਬਾਈ ਚਾਂਸ ਇੰਨਾ ਐਕਸੀਡੈਂਟ ਹੋਇਆ ਨੀਅਰ ਫੇਟਲ
ਕਿ ਅਸੀਂ ਡਰਾਈਵ ਕਰ ਰਹੇ ਸੀ ਟੂ ਆਰ ਫਰੈਂਡਸ ਟੂ ਕੰਟਕੀ ਜਾਣਾ ਸੀ ਅਸੀਂ ਐਟਲਾਂਟਾ ਤੋਂ ਤੇ ਮੈਨਚੈਸਟਰ ਜਗ੍ਹਾ ਹੈਗੀ ਹੈ ਟੈਨੇਸੀ ਦੇ ਕੋਲ ਅਸੀਂ ਪਹੁੰਚੇ ਤੇ ਐਂਡ ਇਟ ਵਾਸ ਮਾਈ ਹਸਬੈਂਡ ਵਿਜੇ ਡਰਾਈਵਿੰਗ ਆਈ ਵਾਸ ਸਿਟਿੰਗ ਅਪ ਫਰੰਟ ਸੀਟ ਬੇਟਾ 6 ਸਾਲ ਦਾ ਸੀ ਉਸ ਵੇਲੇ ਸਿਟਿੰਗ ਐਟ ਦ ਬੈਕ ਸੀਟ ਤੇ ਮੈਂ ਸੀਟ ਬੈਲਟ ਨਹੀਂ ਸੀ ਪਾਈ ਇਟ ਵਾਸ ਨਾਟ ਅ ਲਾਅ ਐਂਡ ਆਈ ਡਿਡਨਟ ਸੋ ਜਦੋਂ ਬਾਈ ਚਾਂਸ ਉਹ ਕਾਰ ਕਰੂਜ਼ ਕੰਟਰੋਲ ਤੇ ਸੀਗੀ ਤੇ ਇਟ ਡਿਡ ਨਾਟ ਡਿਸਐਂਗੇਜ ਉਹ ਇੰਨੀ ਸਪੀਡ ਨਾਲ ਸੀ ਤੇ ਉਹ ਜਿਵੇਂ ਆਊਟ ਆਫ ਕੰਟਰੋਲ ਹੋ ਗਈ ਕਾਰ ਤੇ ਉਹ ਫਲਿਪ ਹੋਈ ਟਵਾਈਸ ਔਨ ਇਟਸ ਅਪਸਾਈਡ ਡਾਊਨ ਜੀ ਤੇ ਮੇਰਾ ਬੇਟਾ ਪਿੱਛੇ ਸੀਗਾ ਤੇ ਮੈਂ ਇੱਕਦਮ ਜਿਵੇਂ ਕਹਿੰਦੇ ਟੂ ਸੇਵ ਹਿਮ ਆਈ ਪੁੱਟ ਮਾਈ ਹੈਂਡ ਬੈਕ ਐਂਡ ਮਾਈ ਹੋਲ ਬਾਡੀ ਵੈਂਟ ਬੈਕ ਸੋ ਵੈਨ ਦ ਕਾਰ ਵਾਜ਼ ਫਾਊਂਡ ਔਨ ਇਟਸ ਵੀਲ ਸਾਰੇ ਨਿਕਲ ਚੁੱਕੇ ਸੀਗੇ ਤੇ ਗੈਸ ਟੈਂਕ ਗੈਸ ਬਾਹਰ ਨਿਕਲ ਰਹੀ ਇਟ ਵਾਜ਼ ਵੈਰੀ ਡੇਂਜਰਸ ਤੇ ਮੈਂ ਉੱਥੇ ਸੀਟ ਜਿਹੜੀ ਆਪਣੀ ਪੈਸੇਂਜਰ ਸੀਟ ਦੇ ਥੱਲੇ I really felt that for a few seconds that I have left my body and I'm looking at my body कि I'm no more. ਅਚਾਨਕ ਧੱਕਾ ਲੱਗਿਆ ਤੇ ਜਿਵੇਂ ਬਈ ਮੈਨੂੰ ਖਿਆਲ ਆਇਆ ਕਿ ਮੇਰਾ ਤੇ ਬੇਟਾ ਸੀ ਇੱਥੇ ਸੋ ਦੈਨ ਆਫ ਕੋਰਸ ਬਾਈ ਦੈਨ our long line and we were saved. ਇਸ ਕੰਟਰੀ ਦੀ ਇਹ ਗੱਲ ਜ਼ਰੂਰ ਹੈ ਕਿ ਮੇਰੇ ਫਾਦਰ ਵੀ ਕਹਿੰਦੇ ਸੀ ਕਿ ਜੇ ਐਕਸੀਡੈਂਟ ਕਦੀ ਕਿਤੇ ਹੋਰ ਹੋਇਆ ਹੁੰਦਾ ਪਤਾ ਨਹੀਂ ਕੀ ਹਸ਼ਰ ਹੋਣਾ ਸੀ ਬਟ ਬਿਕੋਜ਼ it was this country and I will say that it saved our lives. Why? ਫਟਾਫਟ ਐਂਬੂਲੈਂਸ ਆਈਆਂ ਤੇ ਕਿਆ ਤੇ ਉਸ ਵੇਲੇ ਸ਼ੁਕਰ ਹੈ ਮੇਰੇ ਬੇਟਾ 6 ਸਾਲ ਦਾ ਸੀਗਾ no scratch nothing ਇਹ ਵਾਹਿਗੁਰੂ ਦੀ ਪਰਮਾਤਮਾ ਦੀ ਕਿੰਨੀ ਮਿਹਰ ਹੈ ਕਿ ਜਿਸ ਕਾਰ ਚੋਂ ਇੰਨੀਆਂ ਸਾਨੂੰ ਚੋਟਾਂ ਲੱਗੀਆਂ ਉਹ 6 ਸਾਲ ਦਾ ਬੱਚਾ ਸਕ੍ਰੈਚਲੈਸ ਆਇਆ ਤਾਂ ਮੇਰਾ ਵਿਸ਼ਵਾਸ ਰੱਬ ਵਿੱਚ ਵੈਸੇ ਹੀ ਸੀ ਆਈ ਵਾਸ ਰੇਜ਼ਡ ਇਨ ਫੇਥ ਪਰ ਉਹ ਹੋਰ ਵੱਧ ਗਿਆ ਬਿਲਕੁਲ ਕਿ ਉਹ ਹਰ ਵਕਤ ਤੁਹਾਡੇ ਨਾਲ ਹੈ ਜੀ ਤੇ ਇਸ ਕਰਕੇ ਅਸੀਂ ਜਦੋਂ ਜਿਸ ਵੇਲੇ ਸਾਨੂੰ ਲਿਆਇਆ ਗਿਆ ਛੋਟਾ ਹਸਪੀਟਲ ਜਿਵੇਂ ਅਰਜੈਂਟ ਕੇਅਰ ਹੁੰਦੀ ਹੈ ਉੱਥੇ ਉਹਨਾਂ ਨੇ ਦੇਖਿਆ ਕਿ ਇੰਜਰੀਜ਼ ਤਾਂ ਬਹੁਤ ਜ਼ਿਆਦਾ ਨੇ ਤੇ ਵੀ ਨੀਡ ਟੂ ਬੀ ਟੇਕਨ ਟੂ ਏ ਬਿਗਰ ਹਸਪੀਟਲ ਫਟਾਫਟ 에ਅਰ ਐਂਬੂਲੈਂਸ ਹੈਲੀਕਾਪਟਰ ਆਏ ਵੀ ਵਰ ਟ੍ਰਾਂਸਫਰਡ ਟੂ ਨੈਸ਼ਵਿਲ ਹਸਪੀਟਲ ਉਸ ਵੇਲੇ ਸਾਡਾ ਬੇਟਾ ਨਹੀਂ ਜਾ ਸਕਿਆ ਬਿਕੋਜ਼ ਦੇयर ਵਾਸ not enough room. 6-year-old is standing there seeing his parents being carried in this kind of bleeding and condition, not knowing if he'll see us ever again. He asked me, Mom, are you going to be okay? And then again, I was raising him with the same faith that my parents raised me. So I told him, I said, just pray to God, we will meet again soon. So ਉੱਥੇ ਰਹਿ ਗਿਆ ਸਾਨੂੰ ਉੱਥੇ ਆਪਣੇ ਹਸਪੀਟਲ ਲੈ ਗਏ ਖੈਰ anyway I had broken bones, lot of broken bones, face paralyzed, you wouldn't even recognize what it was then, and Vijay had superficial thankfully because he was wearing belt. So anyway, surgeries happened, 3 surgeries that night, and then after that you know we were brought back to Atlanta. Our very close friends picked us up. So 6 months journey because that's how much it was going to take me, how long to recover, they said, about all the fractures to be healed and everything. So Vijay went to work after 3 weeks, thankfully, with some stitches and everything, but he went to work. Our son told me that when we were talking, "Ki Mom, I want to be a doctor because when I saw you and Dad being taken away and how doctors were working hard, I decided I want to be a doctor one day." And he is a physician. His dream came true. And so now I was thinking, sitting on the bed, 6 months, my mom came to help. India to aaye mummy fatafat. ਤੇ ਮੈਂ ਸੋਚਦੀ ਸੀ ਕਿ life has been given back to me. I have a second chance to live. Otherwise, we could have been very well gone. That's how accident was. And how do I want to live my life? ਬਹੁਤ ਸੋਚਿਆ prayer ਕੀਤੀਆਂ I was very much into meditations and all I used to meditate and the answer was coming that higher education has always been the forefront. What do you want to be? After much thinking, of course people were advising me from Emory advisors that you have science background, why don't you pursue medicine? Well, medicine is a long journey, as everybody knows, and takes a lot of money. My son already decided he wanted to be a doctor, even though he was young. So we couldn't afford have to, pay people in med school at the same time. Even though he was young, but it took me a while. So at that time, my mom was here, my dad was in India. I used to tell them, this is what I want to do. Something I want to do more. So I thought over it. A thought came to my mind that if you are in legal field, maybe the education in 3 years you could be a lawyer, but mainu banna si judge. Somehow mere dimag ch aave ki main I want to be a judge one day. I could envision that.
And I told my husband one day, I said, I think I want to be a judge. I've thought over it. I want to be a judge one day. And he just jokingly said, well, go to sleep. You got to be a lawyer first. Definitely, judge to pehla lawyer banna zaruri hai. So ਮੈਨੂੰ ਜਿਵੇਂ ਕਹਿੰਦੇ ਨਾ challenge ਮਿਲਿਆ ਕਿ you have to be a lawyer first. Well, the wheels were in motion. My brain is now running, 100 miles an hour. ਬੈਲ ਵਜੇ ਕੀ ਨਹੀਂ ਹੈ ਇੱਥੇ ਹੁਣ ਲਾਇਰ ਅਸੀਂ ਲਾਅ ਕਰਨੀ ਹੈ law karni. So lawyer journey, of course, I found out. Then I got the, you can say these, where there are mentors in all our lives, naturally, because the mentors are one who guide. So I have been very fortunate Definitely. to have wonderful mentors to guide me. So at Emory, I, referred to some, consulted with some people, and they also advised that, if you want to be, you have to first have your Indian degrees be accredited to US system. That do they recognize that you have BSc in chemistry or biology, that you have this? So, of course, I had to do a lot of research and again, how to do all that. So the guidance came. Then I enrolled in Georgia State University for political science courses because I had no political science. And then to accredit those degrees, I had to take some exams, which involved math, science, biology, and chemistry again. Now you imagine I've been out of school since 1978, 79, and we are talking now 1996 by the time I recovered and I did all this research. So the journey was long, I felt, but that passion and that determination, because I had the goal always in front of me. मैं कदी उस जिस तरह तुसी मैनू आज देख रहे हो, that vision was paramount. This was on the forefront of my, you can say the vision was always there. I never quit dreaming about that, कि I'm going to achieve it one day. So ਜਦੋਂ law ਤੁਸੀਂ complete ਕੀਤੀ, ਉਸ ਤੋਂ ਬਾਅਦ judge ਦਾ ਸਫ਼ਰ ਸ਼ੁਰੂ ਹੋਇਆ, first day ਤੁਹਾਡੀ oath ceremony ਹੋਈ, then ਉਸ ਤੋਂ ਬਾਅਦ ਤੁਹਾਨੂੰ ਗਾਊਨ ਮਿਲਿਆ, ਗਾਊਨ ਪਾਇਆ, judge ਦਾ ਗਾਊਨ ਜਦੋਂ ਪਾਉਂਦੇ ਆ, ਇੱਕ attitude ਆਇਆ? Attitude ਜਿਸ ਤਰ੍ਹਾਂ ਕਹਿੰਦੇ ਆ of gratitude ਆਇਆ. Not attitude in the sense ਕਿ I did this. ਕਿਉਂਕਿ ਮੈਨੂੰ ਸ਼ੁਰੂ ਤੋਂ ਜਿਹੜੀ humility has been part of me, because ਮੈਂ ਕਹਿੰਦੀ ਹਾਂ ਕਰਾਉਣ ਵਾਲਾ ਤੇ ਪਰਮਾਤਮਾ ਹੈ. ਹਾਂਜੀ. ਪਰ ਉਹ ਉਹਨਾਂ ਦੀ ਹੈਲਪ ਕਰਦਾ ਹੈ. You heard, God helps those who help themselves. So ਮੈਨੂੰ ਇਹ ਸੀਗਾ ਕਿ ਮੈਂ ਤੇ ਕਰ ਰਹੀ ਹਾਂ ਜੋ ਮੇਰੇ ਹੱਥ 'ਚ ਹੈ. ਹਾਂਜੀ. But ਜਿਹੜੀ divine intervention ਹੈ, ਉਹਦੀ grace ਹੈ, to me that has been paramount in my life. ਜੀ. ਕਿ ਉਹਦੇ ਤੋਂ ਬਿਨਾਂ ਕੋਈ ਤੁਹਾਨੂੰ ਕੁਝ ਕਿਧਰੇ ਲਿਜਾ ਨਹੀਂ ਸਕਦਾ. So but you do your part. As long as you do your part, and that's again to all those who have visions, do your part and leave the rest to God. I was of that. So humility is zyada balki, because it's an honor and a privilege, big responsibility to serve. ਕਿਉਂਕਿ ਇਹ ਜਿਹੜੇ ਗਾਊਨ ਪਾ ਕੇ ਜੋ ਰਿਸਪੌਂਸਿਬਿਲਿਟੀ ਦਾ ਬਰਡਨ ਵੀ ਹੈ, ਬਟ ਆਨਰ ਐਂਡ ਪ੍ਰਿਵਿਲੇਜ ਵੀ ਹੈ. ਬਿਲਕੁਲ. ਟੂ ਸਰਵ ਮਾਈ ਜਾਰਜੀਆ. ਪਰ ਤੁਹਾਨੂੰ ਲੱਗਦਾ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਵੀ ਤੁਹਾਡੇ ਉੱਪਰ ਹੈ ਮੋਢਿਆਂ ਤੇ, ਕਿਉਂਕਿ ਜਦੋਂ ਤੁਸੀਂ ਇੱਕ ਡਿਸੀਜਨ ਦਿੰਦੇ ਹੋ, ਉਹ ਇੱਕ ਲਈ ਤਾਂ ਬਹੁਤ ਕੌੜਾ ਹੋਏਗਾ ਡਿਸੀਜਨ, ਬਟ ਇੱਕ ਲਈ ਬਹੁਤ ਸੈਟੀਸਫੈਕਟਰੀ ਵੀ ਹੋਏਗਾ ਡਿਸੀਜਨ. ਯੈਸ. ਸੋ ਫਿਰ ਇਹ ਦੇਖੋ, ਬਾਈ ਵਰਚੂ ਆਫ ਆਰ ਐਜੂਕੇਸ਼ਨ, ਕਿ ਸਾਨੂੰ ਸਿਖਾਇਆ ਜਾਂਦਾ ਹੈ how to, because ਸਾਨੂੰ ਨਹੀਂ ਪਤਾ ਕਿ ਦੋਨੋਂ ਪਾਸੇ ਆਪਣੀ advocacy ਕਰ ਰਹੇ हैं. There are two lawyers on both sides and I'm an appellate judge with my other two colleagues. So we are listening to those arguments and reading the briefs. ਕੌਣ ਸੱਚਾ ਹੈ? So ਸਾਨੂੰ ਸਿਖਾਇਆ ਹੈ ਸਾਡੇ profession ਨੇ ਕਿ even if you have your own child or husband or relative in front of you, to do justice and be fair impartially. So ਉਹ ਸਾਡੇ ਕਹਿ ਲਓ ਬਲੱਡ ਵਿੱਚ ਹੈ ਚੀਜ਼ ਕਿ ਬਈ ਇਹ impartiality. The law doesn't see, ਤੁਹਾਨੂੰ ਪਤਾ ਹੈ the legal ਜਿਹੜੀ ਉਹਦੀ symbol ਹੈਗਾ, the lady justice, blind, eyes blind ਹੈ. And that's what I see, ਕਿ we do not see a relative or a friend or whoever. We have to do justice, be fair. So ਇਸ ਕਰਕੇ ਜਿਹੜੀ evidence and facts ਸਾਡੇ ਅੱਗੇ ਰੱਖੇ ਜਾਂਦੇ ਹੈ, we just totally look at them and render our decision based on that. And then we pray that only God knows the truth or the person involved. So we are doing a job that we have been trusted with. And so that's how we conduct our job sitting on those chairs. ठीक है. But Neera ji, first Indian American judge
appellate judge for workers compensation ਦਾ ਤੁਹਾਨੂੰ ਇੱਕ ਮੁਕਾਮ ਹਾਸਿਲ ਹੋਇਆ ਯੈਸ ਵਰਕਰ ਕੰਪਨਸੇਸ਼ਨ ਦਾ ਮੁੱਖ ਕੰਮ ਕੀ ਹੁੰਦਾ ਉਹਨਾਂ ਦਾ ਮੁੱਖ ਕੰਮ ਹੈ ਕਿ ਜਿਹੜੇ ਬਿਜ਼ਨੈਸਸ ਨੇ ਹਾਂਜੀ। ਕਿਸੇ ਵੀ ਸਟੇਟ ਵਿੱਚ ਬਿਕੋਜ਼ ਜੀ। ਐਵਰੀ ਸਟੇਟ ਹੈਜ਼ ਵਰਕਰਸ ਕੰਪਨਸੇਸ਼ਨ ਜੀ। ਸੋ ਸਾਡੀ ਸਟੇਟ ਵਿੱਚ ਜਿੰਨੇ ਵੀ ਬਿਜ਼ਨੈਸਸ ਹੈ with employees, three employees or more must have workers compensation insurance जी। क्योंकि injured worker ਜਿਹੜੇ ਹੁੰਦੇ ਹੈ when they get injured the employers have to, if it's a job related injury, so the employer has to pay them the benefits जी। ਕਿ ਹੁਣ ਉਹ ਕੰਮ ਨਹੀਂ ਕਰ ਸਕਦੇ ਜਾਂ ਜਿੰਨੀ ਦੇਰ ਵੀ they are out of work they have to get paid so of course there's always a conflict. One will say I got injured on the job, employer can say no, it wasn't in the due course of your employment as a result of your job, so there's always that conflict right? So that's how the worker compensation system in every state takes care of their injured workers and their goal is to get them back through medical treatments or whichever way to get them back to the job. ਪਰ ਆਮ ਲੋਕਾਂ ਦੀ ਜ਼ਬਾਨ ਵਿੱਚ ਦੇਖਿਆ ਜਾਏ ਤਾਂ ਵਰਕਰਸ ਕੰਪਨਸੇਸ਼ਨ ਸਿਸਟਮ ਆਮ ਲੋਕਾਂ ਲਈ ਕਿੰਨਾ ਜ਼ਰੂਰੀ ਹੈ ਔਰ ਖਾਸ ਕਰਕੇ ਇਮੀਗ੍ਰੈਂਟ ਵਰਕਰਸ ਲਈ See, it is whether it's immigrant workers or it is citizens or green card holders, whatever you want to say. जी। Worker is a worker, right? Right. So, yes, we know that there are, again, immigration. I was an immigration lawyer, so I can say that. जी। That there are workers who may not have work visas also, but they're still working. So the good thing about workers' compensation system, it does not ask immigration status in that way. If a workers were working for an employer and he or she got injured during the course of employment and as a result, they are going to compensate. So we don't ask any immigration status of anybody in our workers' comp system. ਠੀਕ ਹੈ ਇੱਕ ਔਰਤ ਹੋਣ ਦੇ ਨਾਤੇ ਇੱਕ Yes. ਮਹਿਲਾ ਹੋਣ ਦੇ ਨਾਤੇ ਤੁਹਾਡਾ ਅੱਜ ਦਾ ਜਿਹੜਾ ਸਫ਼ਰ ਹੈ ਬਤੌਰ ਜੱਜ ਕਿਸ ਤਰ੍ਹਾਂ ਦਾ ਤੁਸੀਂ ਵੇਖਦੇ ਹੋ ਦੇਖੋ ਐਜ਼ ਔਰਤ ਤੁਸੀਂ ਬੜਾ ਅੱਛਾ ਸਵਾਲ ਕੀਤਾ ਕਿਉਂਕਿ ਵਾਈ ਆਈ ਐਮ ਸੇਇੰਗ ਐਜ਼ ਔਰਤ ਬਿਕੋਜ਼ ਜਿਸ ਵੇਲੇ ਬੱਚਾ ਮੇਰਾ ਵੱਡਾ ਹੋ ਰਿਹਾ ਸੀ ਐਂਡ ਆਈ ਵਾਜ਼ ਇਨ ਲਾਅ ਸਕੂਲ ਆਈ ਐਮ ਅ ਮਦਰ I'm a wife, homemaker. I have to cook. I have to keep my job. And evening classes, I just want to go back to that. कि law school जिस वेले आया, I was doing evening classes because my son was going to be at Emory undergrad. ਉਹਦੀ tuition free ਸੀ because I worked for Emory for 18 years. जी। So ਇੰਨਾ ਉਹ ਔਰਤ ਹੋਣ ਦੇ ਨਾਤੇ ਇਹ ਨਹੀਂ ਕਿ husbands cannot do all that work ਕਰਦਾ ਵੀ ਕਰਦੇ ਉਹਨਾਂ ਨੇ ਕੀਤਾ ਮੇਰੇ ਹਸਬੰਡ ਨੇ ਵੀ ਉਹਨੂੰ ਜਦੋਂ ਦੋਨੋਂ ਜਣੇ ਘਰ ਹੁੰਦੇ ਸੀ ਮੇਰਾ ਬੇਟਾ ਤੇ ਮੈਂ ਡੇ ਟਾਈਮ ਜੌਬ ਕਰਕੇ ਈਵਨਿੰਗ ਕਲਾਸਿਸ ਅਟੈਂਡ ਕਰ ਰਹੀ ਹਾਂ ਸੋ whatever they could do and it's a funny thing that they would say yeah I can make grilled cheese at least so ਜੋ ਵੀ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਦੇਖਿਆ ਤਾਂ ਪਰ ਜਿਹੜੀ ਮੇਨ ਰਿਸਪੌਂਸਿਬਿਲਿਟੀ ਹੁੰਦੀ ਸੀ ਜਿਸ ਵੇਲੇ ਮੇਰਾ ਬੇਟਾ ਹਾਈ ਸਕੂਲ ਵਿੱਚ ਸੀਗਾ ਤੇ kids brought up here ਥੋੜਾ different ਆ ਜਾਂਦਾ ਕਿ ਬਈ they get into alcohol and they get into all these things of course kids raised Definitely. but ਜਿਸ ਵੇਲੇ ਉਹਨੂੰ ਮੇਰੀ ਜ਼ਰੂਰਤ ਹੁੰਦੀ ਸੀ ਕਿ mom I need to talk to you I would be that mother ਜਿਹਦੇ ਅੱਗੇ ਹੋਰ ਕੁਝ ਨਹੀਂ ਬਸ ਉਹਦਾ ਬੇਟਾ ਹੈ ਬੱਚਾ ਜਿਹਨੂੰ ਜਿਹੜਾ ਹੈਲਪ ਮੰਗ ਰਿਹਾ ਤਾਂ ਮੇਰੀਆਂ law school books or my everything was behind because I needed to be there for him so as a woman as a wife, mother, I gave priority to those things. Even though I wanted to be an A student, which I was, top 10%. So I kept that. So what did I sacrifice is sleep, rest, of course. ਕੁਝ ਤੇ sacrifice ਹੁੰਦਾ ਹੈ ਨਾ ਪਰ ਨੀਰਜ ਜੀ ਜੱਜ ਦੀ ਜਦੋਂ ਚੇਅਰ ਤੇ ਤੁਸੀਂ ਬੈਠੇ ਹੁੰਦੇ ਹੋ ਬਹੁਤ ਵੱਡੀ ਜ਼ਿੰਮੇਵਾਰੀ ਹੈ Yes. ਪਰ ਕਈ ਵਾਰੀ ਕਹਿੰਦੇ ਆ ਕਿ ਦਿਲ ਦੀ ਸੁਣਨੀ ਪੈਂਦੀ ਹੈ ਜਾਂ ਦਿਮਾਗ ਦੀ ਕਿਉਂਕਿ ਕੁਝ ਕੇਸਿਸ ਹੁੰਦੇ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਬੜੇ ਇਮੋਸ਼ਨਲ ਕੇਸਿਸ ਹੈ yes ਅਗਰ ਮੈਂ ਦਿਲ ਤੋਂ ਫੈਸਲਾ ਲਵਾਂਗੀ ਤਾਂ ਕੁਝ ਹੋਰ ਹੈ ਲੇਕਿਨ ਦਿਮਾਗ ਤੋਂ ਫੈਸਲਾ ਲਵਾਂਗੀ ਤਾਂ ਕੁਝ ਹੋਰ ਹੈ ਕਿਉਂਕਿ ਲਾਅ ਬੁੱਕ ਦੇ ਹਿਸਾਬ ਨਾਲ ਤੁਹਾਨੂੰ ਚੱਲਣਾ ਪੈਂਦਾ excellent question ਕਿਉਂ ਕਿਉਂਕਿ ਇਹ ਦਿਲ ਦਿਮਾਗ ਦੀ ਲੜਾਈ ਹਰ ਇੱਕ ਜਗ੍ਹਾ ਤੇ ਹੁੰਦੀ ਹੈ not just in our as a judge ਹਰ ਇੱਕ ਜਗ੍ਹਾ ਤੇ ਹੁੰਦੀ ਪਰ as a judge again I'm going to come back to blind lady ਸਾਡੀਆਂ ਅੱਖਾਂ ਅੱਗੇ ਉਹ ਪੱਟੀ ਹੈ ਕਿ ਜਿਹੜੀ ਪਾਰਸ਼ੈਲਿਟੀ ਨੂੰ ਤੇ ਤੁਸੀਂ ਦੇਖਣਾ ਹੀ ਨਹੀਂ ਨਾ ਕਿ ਜਿਹੜਾ ਦਿਲ ਹੈ ਕਈ ਵਾਰੀ ਉਹ ਕਹਿੰਦਾ ਕਿ ਵਿਚਾਰਾ ਇੰਜਰਡ ਵਰਕਰ ਤੁਸੀਂ ਦੇਖ ਰਹੇ ਹੋ ਕਿ ਬਈ ਪਰ ਕਿਆ ਉਹ ਸੱਚਮੁੱਚ ਇੰਜਰੀ ਜਿਹੜੀ ਹੈ ਇੰਨੀ ਜ਼ਿਆਦਾ ਸੀਰੀਅਸ ਹੈ ਕਿ ਉਹ ਇਸ ਤਰ੍ਹਾਂ ਹੀ ਕਹਿ ਰਹੇ ਕਿ ਹੈ ਕਿ ਨਹੀਂ ਰਾਈਟ ਸੀ ਦ ਹਾਰਟ ਵਿਲ ਸੇ ਸਮਥਿੰਗ ਐਲਸ ਕਿ ਉਹ ਵਿਚਾਰਾ ਬਟ
ਜਿਹੜਾ ਮਾਈਂਡ ਹੈ ਬ੍ਰੇਨ ਐਂਡ ਹਾਰਟ ਦੀ ਲੜਾਈ ਹਮੇਸ਼ਾ ਹੁੰਦੀ ਹੈ ਕਿ ਜਦੋਂ ਸਾਡਾ ਬ੍ਰੇਨ ਕਹਿੰਦਾ ਹੈ ਕਿ ਅਸੀਂ ਜੋ ਪੜ੍ਹ ਰਹੇ ਹਾਂ ਤੇ ਐਵੀਡੈਂਸ ਤੁਹਾਡੇ ਉਹਦੇ ਅਗੇਂਸਟ ਹੈ ਜਾਂ ਇੰਪਲੋਇਰ ਦੇ ਅਗੇਂਸਟ ਹੈ whichever way, so we have to stick to that evidence, fact based evidence. So ਉਸ ਵੇਲੇ ਦਿਲ ਪਿੱਛੇ ਰਹਿ ਜਾਂਦਾ ਹੈ ਤੇ ਅਸੀਂ ਆਪਣਾ ਜੋ according to our education background and training I would say, ਅਸੀਂ ਉਹ ਦਿਮਾਗ ਨੂੰ ਜ਼ਿਆਦਾ ਉਸ ਵੇਲੇ ਫੋਕਸ ਕਰਨੇ ਆ ਕਿ totally based on evidence and facts. That's क्योंकि it. नीरा जी अमेरिका, कनाडा, ऑस्ट्रेलिया, यूके, ये कंट्रीज ऐसी कंट्रीज हैं जिथे एक वर्ड है सू, किसी ਨੂੰ ਸੂ ਕਰਨਾ, Yes. हर आम इंसान, हर आम गरीब इंसान, Yes. मैं स्पेशली कहांगा वो ਹਾਂਜੀ। फिराक ਵਿੱਚ ਹੁੰਦਾ ਹੈ ਕਿ ਮੈਨੂੰ ਕੋਈ ਐਸਾ ਹਥਿਆਰ ਮਿਲ ਜਾਏ, ਇੱਕ ਐਸਾ ਵੈਪਨ ਮਿਲ ਜਾਏ ਜਿਸ ਦੇ ਥਰੂ ਮੈਂ ਸਾਹਮਣੇ ਵਾਲੇ ਨੂੰ ਸੂ ਕਰ ਸਕਾਂ। ਇਹ ਬੈਨੀਫਿਟ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਐਸੀ ਚਾਲ ਹੈ, ਇੱਕ ਐਸਾ ਲਾਅ ਹੈ ਜੋ ਲੋਕਾਂ ਨੇ ਆਪਣੇ ਹੱਥਾਂ ਵਿੱਚ ਕਰਕੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਇਸ ਨੂੰ? ਇਹ ਵੀ ਬੜਾ ਅੱਛਾ ਕੁਐਸਚਨ ਹੈ ਇਸ ਕਰਕੇ ਕਿ ਸੂ ਵਰਡ ਕਿ ਜਿਹੜੇ ਜਿਸ ਵੇਲੇ ਐਕਸੀਡੈਂਟਸ ਹੁੰਦੇ ਆ ਜਾਂ ਕਿਸੇ ਨੇ ਕੁਝ ਗਲਤ ਕਰ ਦਿੱਤਾ ਤੇ ਸੂ ਕਰ ਦੋ ਕਿਸੇ ਦੇ। ਤੁਸੀਂ ਇੱਕ ਵਾਰੀ ਕਦੀ ਸੁਣਿਆ ਹੋਣਾ ਕਿ ਜਿਹੜਾ ਕਾਫੀ ਗਰਮ ਮਿਲਦੀ ਹੈ, ਮੈਕਡੋਨਲਡਸ ਦਾ ਕੇਸ ਹੈ, ਐਵਰੀਬਾਡੀ ਨੋਜ਼, ਉਹ ਕਾਫੀ ਗਿਰ ਗਈ ਤੇ ਉਹ ਜੀ ਸੂ ਕਰ ਦੋ ਮੈਕਡੋਨਲਡਸ ਨੂੰ ਬਿਕੋਜ਼ ਕਾਫੀ ਹੁਣ ਤੁਹਾਨੂੰ ਪਤਾ ਹੈ ਕਾਫੀ ਗਰਮ ਤਾਂ ਹੋਏਗੀ ਕਿ ਤੁਹਾਡੀ ਗਲਤੀ ਨਾਲ ਵੀ ਗਿਰ ਸਕਦੀ ਹੈ। ਬਟ ਇੱਥੇ ਸੂ ਵਰਡ ਐਸਾ ਹੈ ਕਿ ਬਿਕੋਜ਼ ਇਹ ਆਈ ਸੇ ਲਾਇਰਸ ਨੂੰ ਵੀ ਆਪਣੀ ਕੌਨਸ਼ੀਅਸ ਤੇ ਜਿਹੜੇ ਸੂ ਕਰਦੇ ਨੇ, ਜਿਹੜੇ plaintiffs ਜਿਹਨਾਂ ਸੂ ਕਰਨਾ ਹੈ, they should also listen to their consciousness ਕਿ really did that person deserve that ਕਿ ਬਈ ਨਾ ਮੈਕਡੋਨਲਡਸ ਨੇ ਕਿਹਾ ਸੀਗਾ ਕਿ ਉਹਨਾਂ ਦੇ ਕਾਫੀ ਗਿਰੇ ਤੇ ਨਾ ਉਹਨੇ ਆਪ ਸੋਚਿਆ ਸੀ, ਪਰ ਕਿਸੇ ਦੀ ਗਲਤੀ ਨਾਲ ਤੇ ਹੋਇਆ। ਤੇ ਕਿਉਂਕਿ ਐਕਸੀਡੈਂਟ ਜਦੋਂ ਅਸੀਂ ਗੱਲ ਕਰਦੇ ਹਾਂ ਐਕਸੀਡੈਂਟ ਚਾਹੇ ਉਹ ਸੜਕ ਤੇ ਹੋਵੇ, ਚਾਹੇ ਉਹ ਸਟੇਅਰਸ ਤੇ, ਚਾਹੇ ਆਫਿਸ ਵਿੱਚ ਹੋਏ ਜਾਂ ਫਿਰ ਤੁਹਾਡੇ ਜਿਵੇਂ ਤੁਸੀਂ ਕਿਹਾ ਮੈਕਡੋਨਲਡਸ ਤੇ ਜਾਂ ਕਿਸੇ ਵੀ ਰੈਸਟੋਰੈਂਟ ਵਿੱਚ ਹੋਵੇ, ਕੋਈ ਜਾਣ ਕੇ ਨਹੀਂ ਕਰਦਾ। ਨਹੀਂ, ਠੀਕ ਹੈ। ਔਰ ਅੱਜ ਕੱਲ ਹਰ ਪਾਸੇ ਸੀਸੀਟੀਵੀ ਕੈਮਰਾਸ ਹੈ, ਬਟ ਅਗਰ ਐਕਸੀਡੈਂਟ ਅਗਰ ਜਾਣ ਕੇ ਨਹੀਂ ਹੁੰਦਾ ਤਾਂ ਇਹਦੇ ਉੱਤੇ ਫਿਰ ਇਲਜ਼ਾਮ ਕਿਉਂ ਲੱਗਦੇ ਨੇ? ਰਾਈਟ। ਫਿਰ ਅਗੇਨ ਉਹੀ ਗੱਲ ਆ ਜਾਂਦੀ ਹੈ ਕਿ ਬਈ ਕਿਉਂਕਿ ਸਿਸਟਮ ਬਣੇ ਹੋਏ ਨੇ ਫॉर द ਬੈਨੀਫਿਟ ਕਿ ਜੇ ਕਿਸੇ ਨੇ ਗਲਤੀ ਕੀਤੀ ਹੈ ਤੇ ਦੇ ਸ਼ੁੱਡ ਪੇ ਫॉर ਇਟ, ਰਾਈਟ। ਪਰ ਇਹਦੀ ਜਿਹੜੀ ਫਲਿਪ ਸਾਈਡ ਦੇਖੋ ਤੇ ਉਹ ਐਡਵਾਂਟੇਜ ਲੈਣ ਵਾਲੇ ਵੀ ਤੇ ਬਹੁਤ ਨੇ ਨਾ। ਹੁਣ ਤੁਸੀਂ ਇਮੀਗ੍ਰੇਸ਼ਨ ਹੀ ਲੈ ਲਓ ਬਿਕੋਜ਼ ਅਗੇਨ ਆਈ ਵਾਸ ਇਮੀਗ੍ਰੇਸ਼ਨ ਲਾਇਰ ਫॉर 15 ਇਅਰਸ। ਮੈਂ ਤੁਹਾਨੂੰ ਦੱਸਾਂ देयर आर पीपल हु आर genuinely here for with all the ਕਿਨਾਂ ਨੇ ਇੰਨੇ ਸਾਲ ਵੇਟ ਕਰਕੇ ਗ੍ਰੀਨ ਕਾਰਡ ਲਿੱਤੇ ਨੇ, ਬਟ ਦੈਨ देयर आर people who take advantage of it ਕਿ ਕਿਸ ਤਰੀਕੇ ਨਾਲ ਆ ਕੇ ਬਾਰਡਰ ਕ੍ਰਾਸ ਕਰਕੇ ਕਿਆ ਮੈਂ ਤੁਹਾਨੂੰ ਆਈ ਕੈਨ ਰਾਈਟ ਅ ਸਟੋਰੀ ਬੁੱਕ ਔਨ ਦੈਟ। ਤੇ ਫਿਰ ਇਹ ਤੇ ਆਪਣੀ ਕੌਨਸ਼ੀਅਸ ਤੇ ਡਿਪੈਂਡ ਕਰਦਾ ਨਾ ਕਿ ਐਡਵਾਂਟੇਜ ਨੈਚੁਰਲੀ देयर आर people who will take advantage of the system। ਜਿਸ ਤਰ੍ਹਾਂ ਅੱਜ ਕੱਲ ਦੀ AI ਤੁਸੀਂ ਸੁਣੀ ਹੈ, AI everything, ਰਾਈਟ। ਸੋ ਚੈਟ GPT ਕੋਲੋਂ ਵੀ ਤੁਸੀਂ ਲਿਖਾ ਸਕਦੇ ਹੋ ਤੇ ਤੁਸੀਂ ਆਪਣਾ ਜਿਹੜੇ ਅੱਜ ਕੱਲ ਤੇ ਲੀਗਲ ਇਨ ਲੀਗਲ field people are writing briefs on chat GPT ਔਰ ਫਿਰ ਉਹ ਟੈਸਟ ਉਹ ਆਪਣਾ ਹਿਊਮਨ ਮਾਈਂਡ ਨਾਲ ਉਹਨੂੰ ਵੈਰੀਫਾਈ ਵੀ ਨਹੀਂ ਕਰਦੇ ਕਿ ਕਿਆ ਉਹਨੇ ਠੀਕ ਲਿਖਿਆ। ਸੋ we can use these tools for our benefit or to our detriment. So to me I feel like ultimate responsibility if us human beings ਜਿਹਨੂੰ ਰੱਬ ਨੇ free will ਵੀ ਦਿੱਤੀ ਹੈ ਸੋਚਣ ਦੀ, ਤੇ let's not abuse systems that are actually made for our benefit. ਬਟ ਤੁਸੀਂ ਵਰਕ ਪਲੇਸ ਤੇ ਸਪੈਸ਼ਲੀ ਸੇਫਟੀ ਸਿਸਟਮ ਜਾਂ ਸੇਫਟੀ ਮੈਜਰਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ? They are very good for they are set in place for a reason so that you can avoid those accidents. But again we are talking about, and those are I would say a little bit more just like and then going deeper into the facts. But those safety measures har society which har office which har complex which hunde ne Yeah. Because they are supposed to, employers are supposed to have set those measures. There are if there was some ਤੁਸੀਂ ਕਹਿੰਦੇ ਕੋਈ trip ਹੋਇਆ, ਹਾਂਜੀ ਉਹ trip ਹੋਇਆ, well sometimes it happens that ਉਹਨਾਂ ਨੇ ਆਪਣੇ ਵੱਲੋਂ ਸਭ ਕੁਝ ਠੀਕ ਕੀਤਾ but then somehow that person tripped. ਆਪਣੀ ਗਲਤੀ ਨਾਲ ਹੋਇਆ ਕਿ was it there was water on the floor in the ਕੋਈ employer ਕਿਸੇ ਤੁਸੀਂ ਦੁਕਾਨ 'ਚ ਵੀ ਜਾਂਦੇ ਹੋ. So it all depends on, again why I say it's fact based. That's the reason why we have to look at ਕਿ ਉਹ ਜਿਹੜਾ ਵੀ ਬੰਦਾ ਜਾਂ ਕਸਟਮਰ ਆਇਆ ਆਪਣੀ ਗਲਤੀ ਨਾਲ ਕਿਧਰੇ ਡਿੱਗਿਆ ਕਿ was it employer's fault ਕਿ safety measures ਤਾਂ ਲਿੱਤੇ ਹੋਏ ਸੀ but ਕੁਝ ਗਿਰਿਆ ਨੀਚੇ. So you see how everything is so fact based. ਇਸ ਕਰਕੇ ਅਸੀਂ ਕਿਸ ਤਰ੍ਹਾਂ ਕਹਿੰਦੇ ਹਾਂ ਕਿ one size fits all
ਕਦੀ ਕੁਝ ਹੋ ਹੀ ਨਹੀਂ ਸਕਦਾ and that's why judges I guess have jobs and judges do their job by digging deeper into what went on in this case. So I really take my job very, very seriously because it's a big responsibility. It can change people's lives. ਪਰ ਪਬਲਿਕ ਅਵੇਅਰਨੈਸ ਅੱਜ ਦੇ ਸਮੇਂ ਕਿੰਨੀ ਹੈਗੀ ਹੈ ਇਨਸਾਫ ਨੂੰ ਲੈ ਕੇ? ਦੇਖੋ generally public has put our trust in us ਕਿ we will do the right thing. ਜੀ ਪਰ ਜੋ ਅੱਜ ਕੱਲ ਇੰਨਾ ਅਨਰੈਸਟ, ਤੁਸੀਂ ਵੀ ਨਿਊਜ਼ ਦੇਖਦੇ ਹੋ ਤੇ ਅਸੀਂ ਵੀ ਦੇਖਦੇ ਹਾਂ ਕਿ ਅੱਜ ਕੱਲ ਇੰਨਾ ਅਨਰੈਸਟ ਹੈ ਕਿ ਕੋਈ ਟਰਸਟ ਨਹੀਂ ਰਿਹਾ ਇੱਕ ਦੂਸਰੇ 'ਚ. ਸੋ ਆਵਰ ਜੌਬ, ਐਟਲੀਸਟ ਆਈ ਪਰਸਨਲੀ ਟੇਕ ਇਟ ਵੈਰੀ ਸੀਰੀਅਸਲੀ ਕਿ ਆਈ ਹੈਵ ਟੂ ਕੰਟੀਨਿਊ ਟੂ ਬਿਲਡ ਦੈਟ ਟਰਸਟ ਕਿ ਜਿਹੜੇ ਜਨਤਾ ਨੇ, ਜਿਹੜੇ ਲੋਕਾਂ ਨੇ ਸਾਡੇ 'ਚ ਟਰਸਟ ਪਾਇਆ, it's our job to fulfill that responsibility and restore that trust. So जिन्ने भी political leaders भी हैं, जिन्ने भी जो अपना कर रहे हैं, it is really our responsibility to do our job properly so that people, our constituents, our citizens of this country or whichever country can have trust in our leaderships. So I would say it's a big responsibility on those leaders and I'm a part of it and I take it very seriously. ਠੀਕ ਹੈ. ਇੱਕ ਇੰਟਰਸਟਿੰਗ ਸਵਾਲ ਇੱਥੇ ਕਰਾਂਗਾ. ਹਾਂਜੀ. ਅਸੀਂ ਬਹੁਤ ਸਾਰੀਆਂ ਫਿਲਮਸ ਦੇਖਦੇ ਹਾਂ, ਨੈਟਫਲਿਕਸ ਸੀਰੀਜ਼ ਦੇਖਦੇ ਹਾਂ. ਅੱਜ ਬਹੁਤ ਸਾਰੀਆਂ ਸੀਰੀਜ਼ ਵਿੱਚ ਕੋਰਟ ਕੇਸਿਸ ਨੂੰ ਦਿਖਾਇਆ ਜਾਂਦਾ ਹੈ. ਹਾਂਜੀ. ਕੀ ਵਾਕਈ ਉਹ ਮਸਾਲੇਦਾਰ ਨੇ ਜਾਂ ਉਹਨਾਂ ਵਿੱਚ ਸੱਚਾਈ ਹੈ? ਸੋ ਜੇ ਮੂਵੀ ਦੀ ਗੱਲ ਕਰਾਂ ਤੇ ਕੋਰਟ ਕੇਸਿਸ ਜਿਵੇਂ ਅਸੀਂ ਜਿਹੜੇ ਤੁਸੀਂ ਦੇਖੇ ਨੇ ਨਾ, ਮੈਂ ਵੀ ਜਿਹੜੀ ਜੱਜਸ਼ਿਪ ਦੇ ਅੰਦਰੋਂ ਆਈ ਸੀ ਨਾ ਕਿ ਵੀ ਯੂਜ਼ ਟੂ ਵਾਚ ਦੋਜ਼ ਸ਼ੋਜ਼, ਰਾਈਟ? ਟੀਵੀ ਸ਼ੋਜ਼ ਹੁੰਦੇ ਸੀਗੇ, ਰਿਐਲਿਟੀ ਸ਼ੋਜ਼ ਐਂਡ ਐਵਰੀਥਿੰਗ. ਸੋ ਕੁਛ ਤੇ ਉਹਦੇ 'ਚ ਮਸਾਲਾ ਪਾਇਆ ਜਾਂਦਾ ਬਿਕੋਜ਼ they are shows, because they want audience, they want their ratings go, okay, this is a show. In reality, ਜਿਸ ਵੇਲੇ trial ਤੇ ਹੁੰਦੀ ਹੈ ਗੱਲ, ਉਸ ਵੇਲੇ witnesses ਵੀ ਨੇ, ਉਸ ਵੇਲੇ ਸਾਰਾ ਕੁਛ. I tell people the real show happens at trial. Appellate ਵਿੱਚ ਤੇ ਅਸੀਂ ਇੱਕ lawyer ਇੱਧਰ ਦਾ ਹੈ ਤੇ ਇੱਕ ਦੂਸਰੇ ਪਾਸੇ ਦਾ, and that's it, 5 minutes. They are very savvy lawyers and so all actions happens. ਉਹ ਮਸਾਲਾ ਸਾਰਾ ਉਸ trial 'ਚ ਹੈ. ਠੀਕ ਹੈ, ਪਰ ਉਹ ਮਸਾਲਾ is real or not? Yes, there are sometimes it's added masala also ਕਿ ਕਿਸੇ ਨੇ ਕਹਿ ਦਿੱਤਾ injured worker ਨੇ ਕਿ crutches ਤੇ walk ਕਰਕੇ ਆ ਰਹੇ ਅੰਦਰ, ਪਰ ਬਾਹਰ ਨਿਕਲੇ ਤੇ crutches ਗਈਆਂ ਤੇ ਉਹ ਕੋਲੋਰਾਡੋ ਸਕੀਇੰਗ ਦੀਆਂ ਪਿਕਚਰਸ ਆ ਰਹੀਆਂ. ਤਾਂ people should think like that ਕਿ ਵੀ ਜੇ ਤੁਸੀਂ injured ਹੋ ਤੇ you are saying that you are walking on crutches, but then why are you posting pictures skiing in Colorado? You see what I'm saying? So this is all a interplay of evidence and facts. That's it. ਬਿਲਕੁਲ. ਕਿਉਂਕਿ ਅੱਜ ਅਸੀਂ ਇੱਕ ਕੋਰਟ ਰੂਮ 'ਚ ਬੈਠੇ ਹਾਂ. ਅੱਜ ਇਹ ਕੋਰਟ ਰੂਮ ਬੜਾ ਸ਼ਾਂਤ ਹੈ. Yes. ਕਿਉਂਕਿ ਅੱਜ ਇਸ ਸਮੇਂ ਕੋਈ ਕੋਰਟ ਹੀਅਰਿੰਗ ਨਹੀਂ ਹੋ ਰਹੀ. ਪਰ ਜਦੋਂ ਇੱਥੇ ਕੋਰਟ ਹੀਅਰਿੰਗ ਹੁੰਦੀ ਹੈ, ਤੁਸੀਂ ਪਿੱਛੇ ਆਪਣੀ ਜਿਹੜੀ ਚੇਅਰਸ ਤੇ ਬੈਠਦੇ ਹੋ, ਕੁਝ ਲੋਕਾਂ ਨੂੰ ਰੋਂਦੇ ਹੋਏ ਵੀ ਦੇਖਦੇ ਹੋਵੋਗੇ, ਕੁਝ ਲੋਕਾਂ ਨੂੰ ਹੱਸਦੇ ਹੋਏ ਵੀ ਦੇਖਦੇ ਹੋਵੋਗੇ. ਸੋ ਦਿਲ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਆਉਂਦੀ ਹੈ ਇੱਕ ਜੱਜ ਦੇ ਰੂਪ ਵਿੱਚ? ਸੋ ਇਹ ਆਉਂਦੀ ਹੈ ਕਿ again I go back to my faith. Really I'm a person of faith. ਹਾਂਜੀ. ਕਿ really only God knows the truth. ਚਾਹੇ ਉਹ ਪਾਵਰ ਤੁਸੀਂ ਜੋ ਮਰਜ਼ੀ ਉਹਨੂੰ ਨਾਮ ਬੁਲਾ ਲਓ, ਕਿ ਉਹਨੂੰ ਪਤਾ ਹੈ ਕਿ ਸੱਚ ਕੀ ਹੈ. ਠੀਕ ਹੈ, ਤੇ ਅਸੀਂ ਸਾਡੀ ਡਿਊਟੀ ਉਹਨਾਂ ਨੇ, ਰੱਬ ਨੇ ਲਗਾਈ ਹੈ ਕਿ ਜਿਨ੍ਹਾਂ ਨੇ ਸਾਨੂੰ ਇਹ ਜੌਬ ਦਿੱਤੀ ਹੈ, ਮਾਈ ਗਵਰਨਰ, ਥੈਂਕਸ ਟੂ ਹਿਮ ਫॉर ਫੁਲਫਿਲਿੰਗ ਮਾਈ ਡਿਜ਼ਾਇਰ, ਇਜ਼ ਦੈਟ ਟਰਸਟ ਕਰਕੇ, ਬਿਕੋਜ਼ ਹੀ ਜਿਸ ਵੇਲੇ ਅਪਾਇੰਟ ਕੀਤਾ ਜਾਂਦਾ ਹੈ, ਹੀ ਪੁੱਟ ਅ ਲੋਟ ਆਫ ਟਰਸਟ ਇਨ ਮੀ. ਸੋ ਮੈਂ ਇਸ ਕਰਕੇ ਜਵਾਬ ਦੇਣ ਹੈਗੀ ਆ ਉੱਧਰ ਦੀ ਕਿ ਮੈਨੂੰ ਜਿਸ ਟਰਸਟ ਨਾਲ ਇੱਥੇ ਬਿਠਾਇਆ ਗਿਆ ਹੈ ਤੇ ਮੈਂ ਤੇ ਉਸ ਤਰੀਕੇ ਨਾਲ ਹੀ ਕਰਨਾ ਹੈ ਕਿ whether my faisla is going this way or that way depends on what was presented in front of me. ਤੇ ਇਸ ਕੋਰਟ ਰੂਮ ਵਿੱਚ ਜਦੋਂ ਕੋਈ ਰੋ ਰਿਹਾ ਹੈ ਜਾਂ ਕੋਈ ਹੱਸ ਰਿਹਾ ਹੈ ਤੇ ਅਗੇਨ ਦਿਮਾਗ ਦੀ ਲੜਾਈ ਆਉਂਦੀ ਹੈ. ਦਿਲ ਤੇ ਉਹਦਾ, ਬਿਕੋਜ਼ ਵੀ ਆਰ ਹਿਊਮਨ ਬੀਇੰਗਸ, ਵੀ ਆਰ ਜੱਜਸ ਆਰ ਨਾਟ ਜਸਟ ਕਿ ਸਾਡਾ ਦਿਲ ਪੱਥਰ ਦਾ ਹੈਗਾ, ਵੀ ਆਰ ਰੀਅਲ ਹਿਊਮਨ ਬੀਇੰਗਸ. ਸੋ ਵੀ ਫੀਲ ਬੈਡ, ਬਟ ਸਰਕਮਸਟੈਂਸ਼ੀਅਲੀ and based on evidence and facts ਅਸੀਂ ਆਪਣਾ ਫੈਸਲਾ ਪੈਨ ਨਾਲ ਸਾਈਨ ਮੈਂ ਕਰ ਦਿੱਤੇ ਨੇ ਤੇ ਸਿਰਫ ਉਹ ਜਾਣਦਾ ਹੈ ਕਿ ਸੱਚ ਕੀ ਹੈ. ਸੋ the day of my court and every day I always pray ਕਿ ਜਿਸ ਵੇਲੇ ਮੇਰਾ ਉਹ ਪੈਨ ਚੱਲੇ, ਸਾਈਨ ਹੋਣ ਜਿੱਥੇ ਜੱਜ ਨੀਰਾ ਬਾਲ has signed, ਕਿ ਉਹ ਆਰਡਰ ਤੇ ਕਿ ਪਰਮਾਤਮਾ ਉਹ ਜਸਟਿਸ ਹੋਵੇ. ਉਹਦੇ ਚੋਂ ਇੱਕ ਤਾਂ ਖੁਸ਼ ਹੋਏਗਾ ਤੇ ਇੱਕ ਨਹੀਂ ਹੋਏਗਾ, ਪਰ as long as justice is done I can sleep at night very peacefully. ਠੀਕ ਹੈ, ਇੱਕ ਇੱਥੇ ਸਵਾਲ ਕਰਾਂਗਾ ਕਿਉਂਕਿ ਇੱਕ ਫਿਲਮ ਵਿੱਚ ਇੱਕ ਡਾਇਲੌਗ ਸੀ, ਉਹ ਜੱਜ ਨੇ ਬੋਲਿਆ ਸੀ ਡਾਇਲੌਗ
ਜੱਜ ਨੇ ਕਿਹਾ ਸੀ ਡਾਇਲੌਗ ਵਿੱਚ ਕਿ ਜਦੋਂ ਕੇਸ ਮੇਰੇ ਸਾਹਮਣੇ ਆਂਦਾ ਹੈ ਮੈਨੂੰ ਪਹਿਲੇ ਦਿਨ ਹੀ ਪਤਾ ਹੁੰਦਾ ਕਿ ਕੌਣ ਸਹੀ ਹੈ ਤੇ ਕੌਣ ਗਲਤ, ਪਰ ਮੈਂ ਵੇਟ ਕਰਦਾ ਰਹਿਣਾ ਕਿ ਮੇਰੇ ਸਾਹਮਣੇ ਸਬੂਤ ਪੇਸ਼ ਕੀਤੇ ਜਾਣਗੇ, ਮੇਰੇ ਸਾਹਮਣੇ ਗਵਾਹ ਪੇਸ਼ ਕੀਤੇ ਜਾਣਗੇ, ਮੇਰੇ ਸਾਹਮਣੇ ਐਵੀਡੈਂਸ ਪੇਸ਼ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਮੈਂ ਆਪਣਾ ਫੈਸਲਾ ਸੁਣਾਵਾਂਗਾ ਉਸ ਤੋਂ ਦੇਖਦੇ ਹੋਏ। ਪਰ ਮੈਨੂੰ ਪਹਿਲੇ ਦਿਨ ਹੀ ਪਤਾ ਹੁੰਦਾ ਕਿ ਕੌਣ ਸਹੀ ਹੈ ਕੌਣ ਗਲਤ ਹੈ। ਸੋ ਦੇਖੋ ਤੁਸੀਂ ਕੀ ਕਹੋਗੇ? ਅੱਛਾ, ਉਸ ਗੱਲ ਨੂੰ ਮੈਂ ਕਹਾਂਗੀ ਕਿ ਜੇ ਪਹਿਲੇ ਦਿਨ ਹੀ ਪਤਾ ਲੱਗ ਗਿਆ, ਅਸੀਂ ਪਹਿਲਾਂ ਮੇਰੇ ਪਰਸਨਲ ਉਹਦੇ 'ਚ ਹੈਗਾ ਕਿ ਜਿਸ ਵੇਲੇ ਅਸੀਂ ਇੱਥੇ ਬੈਠਦੇ ਹਾਂ ਸਾਡੇ ਕੋਲ ਇੱਕ ਕੇਸ ਫੋਲਡਰ ਹੈ, ਉਹਦੇ 'ਚ ਸਾਡੇ ਬਰੀਫਸ ਹੈਗੇ ਆ, ਦੋਨੋਂ ਪਾਸਿਆਂ ਨੇ ਆਪਣੀ ਬਰੀਫ ਕੀ ਕਹਿੰਦੇ ਨੇ ਲੀਗਲ ਬਰੀਫ, ਕਿ ਉਹਨਾਂ ਨੇ ਆਪਣੀ ਸਟੋਰੀ ਲਿਖੀ ਹੈ, ਦੂਸਰੇ ਸਾਈਡ ਨੇ ਆਪਣੀ ਲਿਖੀ ਹੈ। ਹੁਣ ਉਹ ਇਸ ਤਰੀਕੇ ਨਾਲ ਲਿਖਦੇ ਨੇ ਬਿਕੋਜ਼ ਲਾਇਰਸ ਆਰ ਟ੍ਰੇਨਡ ਪੀਪਲ, ਉਹਨਾਂ ਨੇ ਲਿਖਣਾ ਮੈਂ ਸੱਚ ਹਾਂ, ਦੂਸਰੇ ਨੇ ਲਿਖਣਾ ਨਹੀਂ ਮੈਂ ਸੱਚ ਹਾਂ, ਤੇ ਇਸ ਕਰਕੇ ਪਹਿਲਾਂ ਤੋਂ ਉਹ ਆਪਣਾ ਫੈਸਲਾ, ਬਿਕੋਜ਼ ਅਗੇਨ ਟ੍ਰਾਇਲ ਜੱਜਸ, ਤੁਸੀਂ ਜਿਹੜੀ ਗੱਲ ਕੀਤੀ ਹੈ ਉਸ ਵੇਲੇ ਕੀਤੀ ਹੈ ਕਿ ਜਿਹੜਾ ਟ੍ਰਾਇਲ ਜੱਜ ਬੈਠਾ ਹੈ ਜੇ ਉਹ ਪਹਿਲਾਂ ਹੀ ਬਿਨਾਂ ਐਵੀਡੈਂਸ ਤੇ ਉਹ ਫਿਰ ਜੱਜਸ਼ਿਪ ਤੇ ਨਹੀਂ ਠੀਕ ਹੋਈ ਨਾ, ਕਿ ਤੁਸੀਂ ਪਹਿਲਾਂ ਹੀ ਫੈਸਲਾ ਕਰ, ਉਹਨਾਂ ਕੋਲ ਤੇ ਬਰੀਫ ਜੇ ਆਈ ਉਹੀ ਕਹਿ ਰਿਹਾ ਕਿ ਉਹ ਫੈਸਲਾ ਨਹੀਂ ਕਰਦਾ ਔਰ ਉਹ ਵੇਟ ਕਰਦਾ ਕਿ ਮੇਰੇ ਸਾਹਮਣੇ ਐਵੀਡੈਂਸ ਪੇਸ਼ ਕੀਤੇ ਜਾਣਗੇ, ਸਬੂਤ ਉਸ ਤੋਂ ਬਾਅਦ ਕੋਈ ਡਿਸੀਜਨ ਤੇ ਮੈਂ ਪਹੁੰਚਾਂਗਾ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਉਹਨਾਂ ਨੇ ਜਿਹੜੇ ਬਰੀਫਸ ਉਹਨਾਂ ਨੂੰ ਵੀ ਮਿਲੇ ਜਾਂਦੇ ਨੇ, ਉਹਨੇ ਪੜ੍ਹ ਲਿੱਤੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਹੈ ਬੇਸਡ ਔਨ ਸੋ ਮੈਨੀ ਕੇਸਿਸ। ਤੁਸੀਂ ਸੋਚੋ ਮੈਂ ਵੀ 5 ਸਾਲ 'ਚ ਕਿੰਨੇ ਦੇਖ ਚੁੱਕੀ ਹਾਂ ਤੇ ਕੁਝ ਚੀਜ਼ਾਂ ਐਕਸਪੀਰੀਅੰਸ ਤੋਂ ਆਉਂਦੀਆਂ ਨੇ, ਪਰ ਅਲਟੀਮੇਟਲੀ ਕਿਉਂ ਨਹੀਂ ਉਹ ਫੈਸਲਾ ਪਹਿਲਾਂ ਦੇ ਸਕਦਾ ਕਿ ਜਦ ਤੱਕ ਕਿਆ ਪਤਾ ਕੋਈ ਐਵੀਡੈਂਸ ਜਾਂ ਕੋਈ ਵਿਟਨੈਸ ਐਸਾ ਪ੍ਰੈਜ਼ੈਂਟ ਕਰ ਦੇਣ ਕਿ ਉਹ ਜੱਜ ਕਵੇ ਕਿ ਓ ਦੈਟ ਵਿਟਨੈਸ ਆਈ ਫੀਲ ਇਜ਼ ਕ੍ਰੈਡੀਬਲ, ਤੇ ਇਸ ਕਰਕੇ ਉਹ ਫੈਸਲਾ ਜਿਹੜਾ ਘਰ ਪੜਦੇ ਸੋਚ ਲਿੱਤਾ ਸੀ ਕਿ ਹੈ ਉਹ ਬਦਲ ਵੀ ਜਾਂਦਾ ਹੈ। right so that's why it's very important to ਕਹਿੰਦੇ ਨਾ discernment quality, listening carefully, ਉਹ ਸਾਨੂੰ ਰੱਬ ਨੇ ਦਿੱਤੀ ਹੈ, ਜੱਜ 'ਚ ਹੋਣੀ ਚਾਹੀਦੀ ਹੈ ਕਿ ਸੁਣੋ, ਕਿ ਜਦੋਂ ਸਾਡੇ ਕੋਰਟ 'ਚ ਕੋਈ ਆਇਆ ਕਿ ਉਹਨੂੰ ਇਹ ਲੱਗੇ ਕਿ his or her day in court was worth it, that this person was able to get fair justice and his or her day in court। ਸਾਡਾ ਕੰਮ ਇਹ ਵੇ ਕਿ ਮੇਰੇ ਇੱਥੋਂ ਜਦੋਂ ਕੋਈ ਬਾਹਰ ਜਾਏ ਉਹਨੂੰ ਲੱਗੇ ਕਿ ਮੇਰੀ ਸੁਣਵਾਈ ਹੋਈ ਹੈ। ਬਿਲਕੁਲ, ਮੈਨੂੰ ਸੁਣਿਆ ਗਿਆ। ਬਸ, ਪਰ ਬਹੁਤ ਵਾਰੀ ਹੁੰਦਾ ਹੋਵੇਗਾ ਕਿ ਕੋਰਟ ਰੂਮ ਵਿੱਚ ਗੁੱਸੇ ਨੂੰ ਬੜਾ ਤੁਸੀਂ ਕੰਟਰੋਲ ਕੀਤਾ ਹੋਵੇਗਾ, ਕਿਉਂਕਿ ਜਿਹੜੇ ਅਟਰਨੀਜ਼ ਹੁੰਦੇ ਨੇ ਉਹ ਆਪਣੇ ਤਰੀਕੇ ਦੇ ਨਾਲ ਕੇਸ ਨੂੰ ਪੇਸ਼ ਕਰਦੇ ਨੇ, ਜਿਹੜੇ ਕਹਿ ਲਓ ਕਿ ਜਿਨ੍ਹਾਂ ਨੇ ਭੁਗਤਿਆ ਹੁੰਦਾ ਹੈ, ਜੋ ਲੋਕ ਹੁੰਦੇ ਨੇ ਆਮ ਲੋਕ, ਉਹ ਆਪਣੀ ਤਰ੍ਹਾਂ ਨਾਲ ਪੇਸ਼ ਕਰ ਰਹੇ ਹੁੰਦੇ ਤੁਹਾਡੇ ਸਾਹਮਣੇ। ਗੁੱਸੇ ਨੂੰ ਕਿਵੇਂ ਕੰਟਰੋਲ ਕਰਦੇ ਹੋ ਤੁਸੀਂ ਕੋਰਟ ਰੂਮ 'ਚ? ਸੋ ਅਗੇਨ ਇਹ ਸਾਰੀ ਕੁਆਲਿਟੀਜ਼ ਐਸੀਆਂ ਨੇ ਕਿ ਜਿਹੜੀਆਂ ਇੱਕਦਮ ਤੁਹਾਨੂੰ ਮੈਂ ਕਿਸ ਤਰ੍ਹਾਂ ਦੱਸਾਂ, ਵੈਨ ਵੀ ਐਂਟਰ ਦਿਸ ਕੋਰਟ ਰੂਮ ਇਹ ਸਵਿਚ ਪਰਸਨੈਲਿਟੀ ਕਿਵੇਂ ਹੋ ਜਾਂਦੀ ਹੈ ਆਟੋਮੈਟਿਕਲੀ, ਬਿਕੋਜ਼ ਵੀ ਹੈਵ ਟੂ ਮੇਨਟੇਨ ਅ ਡਿਕੋਰਮ ਐਂਡ can you imagine if a judge is getting mad and everything and upset or throwing tantrums, and what example ਤੁਸੀਂ ਉਸ ਜਿਹੜੀ ਤੁਹਾਡੀ ਮੈਂਟਲ ਸਟੇਟ ਹੈ ਉਸ ਵੇਲੇ ਤੁਸੀਂ ਕੀ ਐਗਜ਼ਾਮਪਲ ਸੈੱਟ ਕਰ ਰਹੇ ਹੋ ਕਿ ਇਹ ਤੇ ਜੱਜ ਦਾ ਫੈਸਲਾ, ਇਹਦਾ ਮਤਲਬ ਹੈ ਕਿ ਕੋਰਟ ਜਿਸ ਤਰ੍ਹਾਂ ਟੈਂਟਰਮ ਕਰ ਦਿੰਦਾ ਕਿ ਸੁਣ ਕੀ ਰਿਹਾ, ਤੇ ਉਹ ਤੇ ਆਲਰੇਡੀ ਆਪਣੇ ਪ੍ਰੀ ਕਨਸੀਵ ਨੋਸ਼ਨ 'ਚ ਆਇਆ ਕਿ ਇਹ ਬੰਦਾ ਠੀਕ ਹੈ ਗਲਤ ਹੈ। ਵੀ ਹੈਵ ਟੂ ਮੇਨਟੇਨ ਦੈਟ calmness and serenity about ourselves ਕਿ ਜਦੋਂ ਦੂਸਰਾ ਬੰਦਾ ਦੇਖ ਰਿਹਾ ਸਾਡੇ ਸਾਹਮਣੇ, ਦੂਸਰੇ lawyers, even witnesses, and you know ਸਾਡੀ ਜਿਹੜੀ ਕੋਰਟ ਰੂਮ ਹੈ this is closed, no one else can come but those lawyers and cases, no media allowed in here ਸਾਡੇ ਕੋਰਸ ਇੱਥੇ while court is in session। ਪਰ ਜਿਸ ਵੇਲੇ ਜਦੋਂ ਇਹ ਤੁਸੀਂ ਦੇਖੇ ਹੋਣੇ ਕਿ ਜਿਸ ਵੇਲੇ ਜੱਜਸ ਵੀ ਬਾਹਰ ਨਿਕਲਦੇ ਹੈ ਕੋਰਟ ਰੂਮ ਵਿੱਚੋਂ ਤੇ media comes and wants to, can you imagine if that person in media or those people sitting in court are looking at a judge getting upset and mad, ਕੀ impression ਜਾਂਦਾ ਹੈ ਕਿ so we have a profession ਜਿਹਦੇ 'ਚ ਸਾਨੂੰ ਇਹ training ਆਪਣੇ ਆਪ ਨੂੰ ਵੀ ਦੇਣੀ ਹੈ, and by virtue of our education and training we have to maintain a decorum, because when we want other people to maintain that, because you know we have a lot of power as you can see। ਪਰ ਕਦੀ ਹੋਇਆ ਕਿ ਤੁਸੀਂ ਆਪਣਾ ਡਿਸੀਜਨ ਦਿੱਤਾ ਹੋਏ ਤੇ ਕੋਰਟ ਰੂਮ 'ਚ ਕਿਸੇ ਨੇ ਕਿਹਾ ਮੈਡਮ ਤੁਸੀਂ ਬਾਹਰ ਆਓ, ਤੁਹਾਨੂੰ ਦੇਖਦੇ ਹਾਂ ਅਸੀਂ? Okay, this is a very very important question of judges safety। ਠੀਕ ਹੈ, ਕਿਉਂਕਿ ਤੁਸੀਂ ਸੁਣਿਆ and this is all news, judge got shot outside their house and it's very very serious question ਜੀ ਕਿ ਹੋ ਸਕਦਾ ਹੈ। ਪਰ I will tell you, ਸਾਨੂੰ ਜਿਸ ਵੇਲੇ ਅਗੇਨ ਉਹ ਕੁਰਸੀ ਤੇ ਅਸੀਂ ਬੈਠਦੇ ਹਾਂ ਨਾ, ਪਤਾ ਨਹੀਂ ਕੀ ਹੋ ਜਾਂਦਾ ਹੈ ਕਿ by virtue of that determination ਕਿ ਅਸੀਂ ਫੈਸਲਾ ਸੱਚਾ ਹੀ ਸੁਣਾਉਣਾ ਹੈ, regardless of ਸਾਡੀ ਜਾਨ ਤੇ ਬਣੀ ਹੈ ਕਿ ਕੀ ਹੈ, ਬਚਾਉਣ ਵਾਲਾ ਉਹੀ ਹੈ ਅਗੇਨ, ਤੇ ਅਸੀਂ ਇਸ ਚੀਜ਼ਾਂ ਨੂੰ ਸੁਣਦੇ ਨਹੀਂ। we have a protection walking us to the car and things fine, but ultimately ਤੇ ਅਸੀਂ
ਹਰ ਇੱਕ ਨੂੰ ਪ੍ਰੋਟੈਕਸ਼ਨ ਤਾਂ ਨਹੀਂ ਨਾ ਮਿਲ ਸਕਦੀ ਹੈ Definitely. ਸੋ ਆਰ ਫੇਥ ਕੀਪਸ ਅਸ ਪਰ ਗੋਇੰਗ ਕਦੀ ਨੀਰਾ ਬਹਿਲ ਜੀ ਨਾਲ ਹੋਇਆ? ਨਹੀਂ ਇਸ ਤਰ੍ਹਾਂ ਅਜੇ ਤੱਕ ਕਦੀ ਨਹੀਂ ਹੋਇਆ ਪਰ ਵੀ ਹੈਵ people who with other judges that they have said that wait till ask that judge to watch out for his family or her family. Can you imagine this kind of thing, right? So it is very serious that threats can be serious. But ਜੇ ਅਸੀਂ ਡਰ ਕੇ ਇਹੋ ਕਰਦੇ ਰਹੀਏ ਤੇ then ਫਿਰ ਫੈਸਲਾ ਤਾਂ ਫਿਰ ਤੇ ਜੱਜਸ਼ਿਪ ਕੁਝ ਵੀ ਨਾ ਹੋਈ ਨਾ। ਡੈਫੀਨਿਟਲੀ। ਪਰ ਨੀਰਾ ਬਹਿਲ ਜੀ ਇੱਕ ਜੱਜ ਤਾਂ ਨਹੀਂ ਪਰ ਇੱਕ ਔਰਤ ਵੀ ਨਹੀਂ। ਹਾਂਜੀ। ਕਦੀ ਤੁਹਾਨੂੰ ਫੀਲ ਹੋਇਆ ਕਿ ਐਜ਼ ਏ ਔਮਨ ਤੁਹਾਨੂੰ ਘੱਟ ਆਂਕਿਆ ਗਿਆ ਹੋਵੇ, ਘੱਟ ਸਮਝਿਆ ਗਿਆ ਹੋਵੇ? ਬਲਕਿ ਮੇਰੇ ਪਰਸਨਲ ਜਿਹੜੇ ਐਕਸਪੀਰੀਐਂਸਿਸ ਨੇ ਉਹ ਟੋਟਲੀ ਡਿਫਰੈਂਟ ਨੇ ਕਿਉਂਕਿ ਮੈਂ ਕੰਮ ਕਰਦੀ ਹਾਂ ਦੋ ਮੇਲ ਜੱਜਸ ਹੂ ਆਰ ਵਾਈਟ ਨਾਟ ਬੀਇੰਗ ਜਸਟ ਸੇ ਦੈਟਸ ਅ ਫੈਕਟ ਸੋ ਦੇ ਆਰ ਵਾਈਟ ਮੇਲ ਜੱਜਸ ਬੋਰਨ ਐਂਡ ਰੇਜ਼ਡ ਹੇਅਰ ਅਮਰੀਕਨਸ ਬਲਕਿ ਜਿੰਨੀ ਮੈਨੂੰ ਰਿਸਪੈਕਟ ਉਹ ਦਿੰਦੇ ਨੇ ਟਰੂਲੀ ਐਂਡ ਦੇ ਰੀਅਲੀ ਕੰਸੀਡਰ my opinions and they will come to me from your perspective and in a very respectful manner because they also feel that a woman's perspective would be different but coming from a calmer more I think the wisdom they respect that so I get that a lot and I have never ever in my 46 years living in this country experience any kind of discrimination based on my where I come from or my gender or anything because I think not a pat on my back but I feel the confidence that I feel that I carry it tell people that there is a limit a line that is around me that they should not cross so that respect I have maintained and then I'm blessed to say that ਬਹੁਤ ਵਧੀਆ ਗੱਲ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਇੱਕ ਜੱਜ ਹੋਣ ਦੇ ਨਾਤੇ ਤੁਸੀਂ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਬਹੁਤ ਬਖੂਬੀ ਜਾਣਦੇ ਹੋ ਔਰ ਨਿਭਾ ਰਹੇ ਹੋ। ਜਾਂਦੇ ਆਂਦੇ ਹੁਣ ਮੈਂ ਚਾਹਾਂਗਾ ਕਿ ਰੈਪਿਡ ਫਾਇਰ ਰਾਊਂਡ ਹੋ ਜਾਏ। yes ਜੋ ਤੁਹਾਡੇ ਮਨ ਵਿੱਚ ਪਹਿਲਾ ਆਨਸਰ ਆ ਰਿਹਾ ਮੈਂ ਉਹ ਸੁਣਨਾ ਚਾਹਾਂਗਾ। okay ਸਟ੍ਰਿਕਟ ਜੱਜ ਨੀਰਾ ਬਹਿਲ ਜੀ ਨੇ ਜਾਂ ਫਿਰ ਸੌਫਟ ਹਾਰਟਡ ਵੂਮਨ? as far as the woman soft hearted but as far as judge strict judge ਅੱਛਾ ਠੀਕ ਹੈ। ਲਾਅ ਬੁੱਕ ਦੇਖਦੇ ਨੇ ਜਾਂ ਲਾਈਫ ਐਕਸਪੀਰੀਅੰਸ ਦੇਖਦੇ ਨੇ ਜਦੋਂ ਕੋਈ ਫੈਸਲਾ ਲੈਣਾ ਹੁੰਦਾ? both life experience as well and law books but preference is given to law books because of the evidence and facts again very nice serious hearings ਜਾਂ ਫਿਰ quick decisions ਤੇ ਫੈਸਲਾ ਹੁੰਦਾ? serious hearings okay this question is a little bit more than rapid fire because we are appellate court it's quick hearings in our court ਠੀਕ ਹੈ। Netflix crime series ਜਾਂ ਫਿਰ real courtrooms? real courtrooms real courtrooms okay ਜ਼ਿਆਦਾਤਰ desk work ਪਸੰਦ ਹੈ ਜਾਂ ਫਿਰ courtroom cases? courtroom cases courtroom cases Yes. ਠੀਕ ਹੈ। silence ਪਸੰਦ ਹੈ ਜਾਂ ਫਿਰ straight answers? straight answers give better perspective for us to think about rather than silence ਕੀ ਬਾਤ ਹੈ। silence can be taken yes or no ਬਿਲਕੁਲ ਠੀਕ ਹੈ। ਸਾਡੇ ਕੋਰਟਰੂਮ ਚੋਂ ਤੁਸੀਂ ਬਰੀ ਹੋ ਜਾਂਦੇ ਹੋ ਔਰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਇੱਕ ਜੱਜ ਦੀ ਰੀਅਲ ਲਾਈਫ ਨੂੰ ਅੱਜ ਸਾਨੂੰ ਜਾਣਨ ਨੂੰ ਮਿਲਿਆ ਪਛਾਣਨ ਨੂੰ ਮਿਲਿਆ ਕਿ ਜਦੋਂ ਇੱਕ ਜੱਜ ਬਤੌਰ ਹਿਊਮਨ ਵੀ ਕੋਈ ਡਿਸੀਜਨ ਦਿੰਦਾ ਤਾਂ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਫੀਲ ਹੁੰਦਾ ਹੈ। ਸੋ ਨੀਰਾ ਬਹਿਲ ਜੀ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਬਹੁਤ ਅੱਛਾ ਲੱਗਿਆ ਔਰ ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਤੁਸੀਂ ਕੀਮਤੀ ਸਮਾਂ ਦਿੱਤਾ। ਭੁਲਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਮੈਸੇਜ ਕ੍ਰਾਸ ਕਰ ਸਕਾਂ ਕਿ ਜੇ ਮਨ 'ਚ ਇੱਛਾ ਹੋਵੇ ਡਿਟਰਮੀਨੇਸ਼ਨ ਹੋਵੇ ਵਿਜ਼ਨ ਹੋਵੇ ਐਂਡ ਯੂ ਆਰ ਵਿਲਿੰਗ ਟੂ ਵਰਕ ਹਾਰਡ ਗਿਵ ਯੂਰ 100% the rewards are amazing and then the satisfaction from that reward that you are serving so my message to every woman regardless of where you come from if you have determination to serve to achieve anything in life you can resilience hard work and ਇਸ ਕੰਟਰੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਐਂਡ ਆਈ ਐਮ ਵੈਰੀ ਬਲੈਸਡ ਕਿ ਜਿਹੜੀ ਮੇਰੀ ਅਡੋਪਟਡ ਲੈਂਡ ਹੈ ਉਹਨੇ ਮੈਨੂੰ ਆਪਰਚੁਨਿਟੀ ਦਿੱਤੀ ਹੈ ਟੂ ਫੁਲਫਿਲ ਮਾਈ ਡ੍ਰੀਮਸ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਨੀਰਾ ਬਹਿਲ ਜੀ ਜਿਨ੍ਹਾਂ ਨੇ ਬਹੁਤ ਹੀ ਸਪਸ਼ਟ ਤਰੀਕੇ ਦੇ ਨਾਲ ਬਹੁਤ ਹੀ ਸਟ੍ਰੇਟ ਵੇ ਦੇ ਨਾਲ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਮੁਮਕਿਨ ਹੈ ਬਸ ਦਿਲ ਵਿੱਚ ਲਗਨ ਹੋਣੀ ਚਾਹੀਦੀ ਹੈ ਔਰ ਜਦੋਂ ਜੱਜ ਦੇ ਰੂਪ ਵਿੱਚ ਤੁਸੀਂ ਕਿਸੇ ਨੂੰ ਦੇਖਦੇ ਹੋ ਤਾਂ ਡੈਫੀਨਿਟਲੀ ਗੱਲ ਹੈ ਦਿਲ ਤੋਂ ਦਿਮਾਗ ਤੋਂ ਵੀ ਡਿਸੀਜਨਸ ਲਏ ਜਾਂਦੇ ਨੇ ਔਰ ਲਾਅ ਬੁੱਕ ਬਹੁਤ ਜ਼ਰੂਰੀ ਹੈ ਕਿਉਂਕਿ ਲਾਅ ਬੁੱਕ ਦੇ ਵਿੱਚ ਸਾਡੇ ਲਈ ਆਮ ਲੋਕਾਂ ਦੇ ਲਈ ਬਹੁਤ ਕੁਝ ਛੁਪਿਆ ਹੋਇਆ ਜੋ ਕਿ ਅਵੇਅਰਨੈਸ ਦੇ ਜ਼ਰੀਏ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਸੋ ਇਹ ਸੀ ਅੱਜ ਦਾ ਪ੍ਰੋਗਰਾਮ ਦ ਬਿਗ ਪੁਆਇੰਟ ਆਨਰੇਬਲ ਜੱਜ ਨੀਰਾ ਬਹਿਲ ਜੀ ਨਾਲ। ਅਗਲੇ ਹਫਤੇ ਖੁਸ਼ ਅਕਸਾਂ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਭੁਲੰਦਰ ਸਿੰਘ ਵਰਮਾਰੇ ਨੂੰ ਦਿਓ ਇਜਾਜ਼ਤ। ਧੰਨਵਾਦ।